ਜੀਵਾ ਹੀ ਗੁਰੂ ਧੰਨ ਵਾਹੇ ਗੁਰੂ ਵਾਹੇ ਗੁਰੂ ਧੰਨ ਵਾਹੇ सतगुरे नमः श्री गुरुदेव ए नमः करतार की सौगंध है नानक हा हा नानक की कसम है जितनी भी हो तारीफ गोविंद की वो कम है जितनी भी हो तारीफ जितनी भी हो तारीफ गोविंद की वो कम तन जिगरा कलगियां पालेगा तन जिगरा कलगियां वालेगा तन जिगरा जिगरा कलगियां वाले दा जिगरा कलगियां वाले दा जिगरा कलगियां वाले दा कलगियां वाले दा जिगरा कलगियां वाले दा जिगरा कलगियां वाले 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 चार धर्म तो वार गया चार धर्म तो वार गया तन जिगरा कलगियां तन जिगरा कलगियां वाले चार धर्म तो वार गया जिगरा कलगियां वाले दा जिगरा कलगियां वाले दा तार धर्म तो वार गया जिगरा कलगियां वाले दा जिगरा कलगियां वाले दा चार धर्म तो वार गया चार धर्म तो वार गया तन जिगरा कलगियां तन जिगरा कलगियां वाले चार धर्म तो वार गया जिगरा कलगियां वाले तन जिगरा बाजा वाले चार धर्म तो वार गया
ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਕਲਗੀਆਂ ਵਾਲੇ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਚਾਰ ਧਰਮ ਤੋਂ ਵਾਰ ਗਿਆ ਚਾਰ ਧਰਮ ਤੋਂ ਵਾਰ ਗਿਆ ਤਨ ਜਿਗਰਾ ਕਲਗੀਆਂ ਤਨ ਜਿਗਰਾ ਕਲਗੀਆਂ ਵਾਲੇ ਦਾ ਚਾਰ ਧਰਮ ਤੋਂ ਵਾਰ ਗਿਆ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਬਾਛਾ ਵਾਲੇ ਦਾ ਚਾਰ ਧਰਮ ਤੋਂ ਵਾਰ ਗਿਆ ਜਿਗਰਾ ਕਲਗੀਆਂ ਵਾਲੇ ਦਾ ਤਨ ਜਿਗਰਾ ਕਲਗੀਆਂ ਵਾਲੇ ਦਾ ਵਾਹਿਗੁਰੂ 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 ਵਾਹਿਗੁਰੂ
सूरासु पहचानिए जो लरे दीन के हित। पढ़ो जी सारे। सूरासु पहचानिए जो लरे करो कृपा। सूरासु पहचानिए जो लरे दीन के हित। पुरजा पुरजा कट मरे 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 कबहू ना छाड़े चित। पुरजा पुरजा कट मरे कबहू ना चित। सूरासु पहचानिए जो लरे दीन के हित। सूरासु पहचानिए जो लरे दीन के हित। तेरी सिक्की नूं दाग ना लाया पुरजा पुरजा हो गए सूर में। सिक्की नूं दाग ना लाया पुरजा पुरजा हो गए सूर में। तेरी सिक्की नूं दाग ना लाया पुरजा पुरजा हो गए सूर में। तेरी सिक्की नूं दाग ना लाया पुरजा पुरजा हो गए सूर में। तेरी सिੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰ ਮੇ। ਜੀ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰ ਮੇ। तेरी सिक्की नूं दाग ना लाया दाग ना लाया दाग नहीं लाया पुरजा पुरजा हो गए सूर में। तेरी सिक्की नूं दाग ना लाया पुरजा पुरजा हो गए सूर में। तेरी सिक्की नूं दाग ना लाया ਪੁਰਜਾ ਪੁਰਜਾ ਹੋ ਗਏ ਸੂਰ ਮੇ। तेरी सिक्की नूं दाग ना लाया पुरजा पुरजा हो गए सूर में। ਤੇਰੀ ਸਿੱਖੀ ਨੂੰ ਦਾਗ ਨਾ ਲਾਇਆ
ਪੁਰਜਾ ਪੁਰਜਾ ਹੋ ਗਏ ਸੂਰਮੇ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰਮੇ ਪੁਰਜਾ ਪੁਰਜਾ ਹੋ ਗਏ ਸੂਰਮੇ ਪੁਰਜਾ ਪੁਰਜਾ ਜੀ ਹੋ ਗਏ ਸੂਰਮੇ ਓ ਪੁਰਜਾ ਜੀ ਹੋ ਗਏ ਸੂਰਮੇ ਪੁਰਜਾ ਪੁਰਜਾ ਹੋ ਗਏ ਸੂਰਮੇ ਪੁਰਜਾ ਪੁਰਜਾ ਜੀ 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 ਹੋ ਗਏ ਸੂਰਮੇ ਓ ਪੁਰਜਾ ਪੁਰਜਾ ਜੀ ਹੋ ਗਏ ਸੂਰਮੇ 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 ਤੇਰੀ ਸਿੱਖੀ ਨੂੰ ਦਾਗ ਨਹੀਂ ਲਾ ਪੁਰਜਾ ਪੁਰਜਾ ਹੋ ਗਏ ਸੂਰਮੇ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ 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 ਹਾਜੀ ਹੋ ਗਏ ਸੂਰਮੇ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰਮੇ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰਮੇ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰਮੇ ਤੇਰੀ ਸਿੱਖੀ ਨੂੰ ਦਾਗ ਨਾ ਲਾਇਆ ਪੁਰਜਾ ਪੁਰਜਾ ਹੋ ਗਏ ਸੂਰਮੇ ਗਗਨ ਮਾਮਾ ਬਜ ਪਰਿਉਰ ਸਾਧੈ ਜੇ ਜਿਨ ਮਾਨਿਓ ਆਗੂ ਜਨ ਗੋਲਾਓ ਸੂਰਾ ਸੋ ਪਹਿਚਾਨ ਤੁਮਰ ਦਿਲ ਕੇ ਪੁਰਜਾ ਪੁਰਜਾ ਕਟ ਮਰੈ ਕਪੂਲਾ ਛਾੜੈ ਕੇਤ सूरा सो पहचानिए जो लरै दीन के हेत पुरजा पुरजा कट मरै कबहू न छाड़े खेत सत्कार योग गुरु रूप गुरु प्यारी साध संगत जी जिन्ने भी सतसंगी जन कुल कायनात दे मालक खंडा ब्रह्मंडा दे मालक ਸਾਹਿਬ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਆਰ ਦੇ ਵਿੱਚ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਇਹ ਜੋ ਸ਼ਹੀਦੀ ਪੰਦਰਵਾੜਾ ਬੋਲੀ ਦਾ ਸਫ਼ਰ ਹੈ ਸ਼ਹਾਦਤ ਇਹਨਾਂ ਨੂੰ ਸਰਵਣ ਕਰਨ ਵਾਸਤੇ ਆਪਾਂ ਸਾਰੇ ਹੀ ਕਾਫੀ ਦਿਨਾਂ ਤੋਂ ਲਗਾਤਾਰ ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਹਾਜ਼ਰੀਆਂ ਭਰ ਰਹੇ ਹਾਂ ਤੋ ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਹਾਜ਼ਰੀ ਲਵਾਈਏ ਪਿਆਰ ਸਹਿਤ ਉਚਾਰਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਇਹ ਘੜੀਆਂ ਬਖਸ਼ਿਸ਼ ਕੀਤੀਆਂ ਨੇ ਆਓ ਆਪਣੀਆਂ ਚਿੱਤ ਬਿਰਤੀਆਂ ਨੂੰ ਗੁਰੂ ਸਾਹਿਬ ਦੇ ਚਰਨਾਂ ਦੇ ਨਾਲ ਜੋੜੀਏ ਗगन ਦਮਾਮਾ ਬਾਜਿਓ ਪਰਿਓ ਨਿਸਾਨੇ ਕਹੋ ਖੇਤ ਜੋ ਮਾਂਡਿਓ ਸੂਰਮਾ ਅਬ ਜੋ ਜਿਨ ਕੋ ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ ਕਹਿੰਦੇ ਵੀ ਇਸ ਧਰਤੀ ਦੇ ਵਿੱਚ ਸੂਰਮਾ ਕੌਣ ਹੈ ਇਸ ਧਰਤੀ ਤੇ ਸੂਰਮਾ ਕੌਣ ਹੈ ਤਾਂ ਸੰਖੇਪ ਸ਼ਬਦਾਂ ਵਿੱਚ ਇਹਦੀ ਵਿਆਖਿਆ ਕਰਕੇ ਇਤਿਹਾਸ ਆਪਾਂ ਸ਼ੁਰੂ ਕਰੀਏ ਕਿਉਂਕਿ ਇਹ ਜਿਹੜਾ ਆਪਣਾ ਇਤਿਹਾਸ ਹੈ ਬੜਾ ਮਾਣਮੱਤਾ ਹੈ ਤੇ ਬੜਾ ਲੰਮਾ ਹੈ ਕਹਿੰਦੇ ਸੂਰਮਾ ਉਹ ਹੈ ਜਿਹੜਾ ਯੁੱਧ ਤਾਂ ਕਰੇ ਪਰ ਧਰਮ ਦੇ ਵਾਸਤੇ ਕਰੇ
ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ। ਮਹਾਭਾਰਤ ਦਾ ਬੜਾ ਵੱਡਾ ਯੁੱਧ ਹੋਇਆ, ਪਰ ਉਹਦੇ ਪਿੱਛੇ ਕਾਰਨ ਸੀ ਇੱਕ ਬੀਬੀ ਦ੍ਰੋਪਦੀ ਅੱਖ ਸਤਨਾਮ। ਉਹਦੇ ਪਿੱਛੇ ਲੱਖਾਂ ਲੋਕ ਮਰ ਗਏ। ਜੇ ਸਾਧ ਸੰਗਤ ਜੀ ਭਗਵਾਨ ਰਾਮ ਨੇ ਯੁੱਧ ਕੀਤਾ ਤਾਂ ਉਹਦੇ ਪਿੱਛੇ ਉਹ ਯੁੱਧ ਹੋਇਆ ਮਾਤਾ ਸੀਤਾ ਜੀ ਦੇ ਪਿੱਛੇ ਆਖੋ ਸਤਨਾਮ। 14 ਜੰਗਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਕੀਤੀਆਂ ਤੇ 14 ਦੀਆਂ 14 ਹੀ ਜਿੱਤੀਆਂ। 4 ਜੰਗਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਲੜੀਆਂ ਔਰ ਚਾਰੇ ਦੀਆਂ ਚਾਰੇ ਹੀ ਜਿੱਤੀਆਂ। ਕੁੱਲ ਮਿਲਾ ਕੇ ਇਹਨਾਂ 18 ਜੰਗਾਂ ਦੇ ਵਿੱਚ ਔਰ ਉਦੋਂ ਬਾਅਦ ਵੀ ਅੱਜ ਤੱਕ ਜਿੰਨੀਆਂ ਖਾਲਸੇ ਨੇ ਜੰਗਾਂ ਕੀਤੀਆਂ ਉਹਨਾਂ ਵਿੱਚੋਂ ਇੱਕ ਵੀ ਜੰਗ ਜਿਹੜੀ ਹੈ, ਯੁੱਧ ਜਿਹੜਾ ਹੈ, ਉਹ ਜਰ ਜੋਰੂ ਜ਼ਮੀਨ ਕਰਕੇ ਨਹੀਂ ਸੀ। ਸਾਰੇ ਹੀ ਯੁੱਧ ਧਰਮ ਯੁੱਧ ਸਨ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਾਰਿਆਂ ਦੇ ਵਿੱਚ ਹੀ ਸਿੱਖੀ ਦੇ ਸਿਧਾਂਤਾਂ ਨੂੰ ਮੁੱਖ ਰੱਖ ਕੇ ਔਰ ਪਿਛਲੇ ਦੀਵਾਨਾਂ 'ਚ ਤੁਸੀਂ ਸਰਵਣ ਕਰ ਰਹੇ ਹੋ, ਹਿੰਦੁਸਤਾਨੀ ਲੋਕਾਂ ਦੀ ਇਹ ਹਾਲਤ ਸੀ ਵੀ ਜੇ 2 ਪ੍ਰਸ਼ਾਦੇ ਇਹਨਾਂ ਦੀ ਥਾਲੀ ਵਿੱਚ ਪਏ ਆ ਨਾ ਤੇ ਜੇ ਇੱਕ ਕੋਈ ਚੁੱਕ ਕੇ ਲੈ ਗਿਆ ਤਾਂ ਇਹ ਕਹਿ ਦਿੰਦੇ ਸੀ ਵੀ ਆਪਣੇ ਭਾਗਾਂ 'ਚ ਕੀ ਹੈ, ਇੱਕ ਛਕ ਲੋ ਆਖੋ ਵਾਹਿਗੁਰੂ। ਜਿਹੜੀ ਕੋਈ ਲੈ ਗਿਆ ਸੋ ਲੈ ਗਿਆ। ਜੇ ਦੋਵੇਂ ਹੀ ਕੋਈ ਚੁੱਕ ਕੇ ਲੈ ਗਿਆ ਤਾਂ ਇਹਨਾਂ ਦੀ ਫਿਤਰਤ ਇਹ ਬਣ ਚੁੱਕੀ ਸੀ ਵੀ ਪਾਣੀ ਪੀ ਕੇ ਗੁਜ਼ਾਰਾ ਕਰ ਲੋ ਆਖੋ ਸਤਨਾਮ। ਤਾਂ ਮਹਾਰਾਜ ਸਾਹਿਬ ਨੇ ਫਿਰ ਇਹ ਜਿਹੜੀ ਉਸ ਸਮੇਂ ਸਾਧ ਸੰਗਤ ਲੁਕਾਈ ਮਰ ਮਰ ਕੇ ਜੀ ਰਹੀ ਸੀ ਨਾ, ਤੁਸੀਂ ਸੁਣ ਚੁੱਕੇ ਹੋ। ਹਾਲਾਤ ਇਸ ਤਰ੍ਹਾਂ ਦੇ ਸੀ ਵੀ ਜੇ ਕਿਸੇ ਦੇ ਨਾਲ ਕਿਸੇ ਦੀ ਜਵਾਨ ਧੀ ਬੱਚੀ ਤੁਰੀ ਜਾ ਰਹੀ ਹੈ ਨਾ, ਸਵਾਣੀ ਜਾ ਰਹੀ ਹੈ, ਮੁਗਲਾਂ ਨੇ ਜੇ ਕਹਿਤਾ ਵੀ ਇਹਨੂੰ ਸ਼ਾਮ ਤੋਂ ਪਹਿਲਾਂ ਸਾਡੇ ਮਹਿਲਾਂ ਵਿੱਚ ਛੱਡ ਆਇਓ, ਅਸੀਂ ਰਾਣੀ ਬਣਾਉਣਾ, ਤੇ ਛੱਡ ਆਉਂਦੇ ਹੁੰਦੇ ਸੀ। ਆਖੋ ਸਤਨਾਮ। ਇਹ ਉਸ ਸਮੇਂ ਦੀ ਦੁਨੀਆ ਦੀ ਹਾਲਤ ਸੀ। ਤਾਂ ਫਿਰ ਮਹਾਰਾਜ ਨੇ ਕਿਹਾ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ। ਕਹਿੰਦੇ ਮੈਂ ਇਹਨਾਂ ਲੋਕਾਂ ਨੂੰ ਜ਼ਿੰਦਗੀ ਜਿਉਣੀ ਸਿਖਾਵਾਂ। ਚਿੜੀਓਂ ਸੇ ਮੈਂ ਬਾਜ ਤੜਾऊं, 1.25 लाख से एक लड़ाऊं, गिदड़ों से मैं शेर बनाऊं, तबे गोबिंद सिंह नाम कहाऊं। ਤਾਂ ਕੱਲ ਆਪ ਜੀ ਸਰਵਣ ਕਰ ਚੁੱਕੇ ਹੋ। ਕੱਲ ਦੀ ਜਿਹੜੀ ਰਾਤ ਹੈ ਉਹ ਮਹਾਰਾਜ ਸਾਹਿਬ ਨੇ ਚਮਕੌਰ ਦੀ ਗੜੀ ਦੇ ਵਿੱਚ ਗੁਜ਼ਾਰੀ। ਪਹਿਲਾਂ ਆਪਾਂ ਮਾਤ ਗੁਜਰ ਵੱਲ ਝਾਤੀ ਮਾਰੀਏ। ਮਾਂ ਗੁਜਰ ਕੌਰ ਜੀ ਨੇ ਜਿਹੜੀ ਅੱਜ ਦੀ ਰਾਤ ਹੈ ਇਹ ਸਾਧ ਸੰਗਤ ਜੀ ਗੰਗੂ ਦੇ ਘਰ ਪਿੰਡ ਸਹੇੜੀ ਵਿਖੇ ਗੁਜ਼ਾਰੀ। ਆਖੋ ਸਤਨਾਮ। ਆ ਜਿਹੜੀ ਲੰਘ ਗਈ ਇਹ ਕਾਇਨੌਰ ਛੱਪੜ ਦੇ ਕੰਢੇ ਤੇ। ਤਾਂ ਅੱਜ ਦੀ ਜਿਹੜੀ ਆ ਰਾਤ ਆ ਸਾਧ ਸੰਗਤ ਜੀ ਗੰਗੂ ਦੇ ਘਰ ਪਿੰਡ ਸਹੇੜੀ। ਗੰਗੂ ਪਹਿਲਾਂ ਮਾਤਾ ਜੀ ਨੂੰ ਆਪਣੇ ਪਿੰਡ ਤੋਂ ਲੰਘਾ ਕੇ ਅੱਗੇ ਲੈ ਗਿਆ। ਅੱਗੇ ਇੱਕ ਸਾਧ ਸੰਗਤ ਜੀ ਨਥਮਲਪੁਰ ਵਾਲੇ ਪਾਸੇ ਇੱਕ ਜੰਗਲ ਸੀ, ਬੀੜ ਸੀ, ਉੱਥੇ ਬਿਠਾ ਦਿੱਤਾ ਜਾ ਕੇ ਤੇ ਕਹਿਣ ਲੱਗਾ ਮਾਤਾ ਜੀ ਤੁਸੀਂ ਕੁਝ ਸਮਾਂ ਇੱਥੇ ਬੈਠੋ, ਮੈਂ ਪਿੰਡ ਦਾ ਮਾਹੌਲ ਵੇਖ ਕੇ ਆਇਆ। ਤੇ ਇਹ ਪਾਪੀ ਆਪਣੇ ਪਿੰਡੋਂ ਹੀ ਲੰਘਾ ਕੇ ਲਗਿਆ। ਆਖੋ ਜਿਵੇਂ ਕਿਸੇ ਨੂੰ ਇੱਥੇ ਬਾਉਣਾ ਹੋਏ ਨਾ ਤੇ ਅੱਗੋਂ ਲੰਘਾ ਕੇ ਅੱਗੇ ਲੈ ਜਾਈਏ। ਆਖੋ ਸਤਨਾਮ। ਤਾਂ ਉੱਥੋਂ ਲੰਘਾ ਕੇ ਅੱਗੇ ਲੈ ਗਿਆ ਬੀੜ ਦੇ ਵਿੱਚ। ਉੱਥੇ ਜੰਗਲਾਤ ਦਾ ਏਰੀਆ ਸੀ, ਉੱਥੇ ਮਾਤਾ ਜੀ ਨੂੰ ਬਿਠਾਇਆ, ਸਾਹਿਬਜ਼ਾਦਿਆਂ ਨੂੰ ਬਿਠਾਇਆ ਤੇ ਕਹਿਣ ਲੱਗਾ ਵੀ ਕੁਝ ਸਮਾਂ ਇੱਥੇ ਤੁਸੀਂ ਰੁਕੋ, ਮੈਂ ਪਿੰਡ ਦਾ ਮਾਹੌਲ ਵੇਖ ਕੇ ਆਇਆ। ਇਹ ਗੰਗੂ ਪਿੰਡ ਗਿਆ। ਮਾਤਾ ਜੀ ਨੇ ਥੋੜੀ ਦੇਰ ਵੇਖਿਆ, ਗੰਗੂ ਮੁੜ ਕੇ ਹੀ ਨਾ ਆਇਆ। ਉੱਥੇ ਇੱਕ ਭਲੇ ਸਾਧੂ ਦੀ ਛਪਰੀ ਸੀ। ਤਾਂ ਮਾਤਾ ਜੀ ਫਿਰ ਸਾਹਿਬਜ਼ਾਦਿਆਂ ਨੂੰ ਕਹਿਣ ਲੱਗੇ ਪੁੱਤਰੋ ਠੰਡ ਬੜੀ ਹੈ, ਇੱਕ ਹਵਾ ਚੱਲਦੀ ਹੈ, ਸ਼ੀਤ ਲਹਿਰ ਵਗ ਰਹੀ ਹੈ ਤੇ ਉੱਤੋਂ ਦਰਖਤਾਂ ਦੇ ਵਿੱਚ ਬਹਿਣਾ। ਆਖੋ ਸਤਨਾਮ। ਲਾਲ ਜੀ ਆ ਸਾਹਮਣੇ ਛਪਰੀ ਹੈ, ਛੰਨ ਹੈ, ਚਲੋ ਕੁਝ ਸਮਾਂ ਦੇ ਵਿੱਚ ਰੁਕਦੇ ਆ। ਉਹ ਇੱਕ ਭਲੇ ਪੁਰਸ਼ ਦੀ ਸਾਧੂ ਦੀ ਛੰਨ ਸੀ। ਉਹ ਸਾਧੂ ਪਿੰਡ ਗਿਆ ਹੋਇਆ ਸੀ ਪ੍ਰਸ਼ਾਦਾ ਪਾਣੀ ਆਦ ਲੈਣ, ਜਿਵੇਂ ਇਤਿਹਾਸ 'ਚ ਜ਼ਿਕਰ ਹੁੰਦਾ ਹੈ। ਕਹਿੰਦੇ ਵੀ ਉਹਦੀ ਛੰਨ ਵਿੱਚ ਮਾਤਾ ਜੀ ਬਹਿ ਜਾਂਦੇ। ਨੇਤਰ ਬੰਦ ਨੇ, ਪਰਮਾਤਮਾ ਦੀ ਯਾਦ ਦੇ ਵਿੱਚ ਜੁੜੇ ਹੋਏ ਨੇ। ਸਾਧੂ ਬਾਹਰੋਂ ਆਉਂਦਾ
ਤੇ ਪੁੱਛਦਾ ਹੈ ਤੁਸੀਂ ਇੱਥੇ ਕਿਵੇਂ ਬੈਠੇ ਹੋ, ਛੰਨ ਮੇਰੀ ਆ, ਤੁਸੀਂ ਕਿਵੇਂ ਬੈਠੇ ਹੋ? ਤਾਂ ਉਸ ਸਮੇਂ ਮਾਤਾ ਜੀ ਕਹਿੰਦੇ ਭਾਈ ਐਵੇਂ ਹੀ ਬੈਠੇ ਆ, ਆਖੋ ਸਤਿਨਾਮ। ਉੱਥੇ ਜਿਹੜਾ ਹੁਣ ਗੁਰਦੁਆਰਾ ਹੈ ਮਰਿੰਡੇ ਦੇ ਨਾਲ ਸਹੇੜੀ ਤੋਂ ਉੱਤੇ ਵਾਲੇ ਪਾਸੇ ਨੂੰ, ਉਹਦਾ ਨਾਮ ਹੈ ਗੁਰਦੁਆਰਾ ਅਹਿਮਾ ਸਾਹਿਬ। ਮਾਤਾ ਜੀ ਨੇ ਬਚਨ ਕੀਤਾ ਨਾ ਭਾਈ ਐਵੇਂ ਹੀ ਬੈਠੇ ਆ, ਤਾਂ ਫਿਰ ਉਹਦਾ ਨਾਮ ਹੀ ਉਸ ਜਗ੍ਹਾ ਦਾ ਅਹਿਮਾ ਸਾਹਿਬ ਪੈ ਗਿਆ, ਆਖੋ ਸਤਿਨਾਮ। ਸਾਰਾ ਦਿਨ ਜਿਹੜਾ ਅੱਜ ਦਾ ਉੱਥੇ ਕੱਟਿਆ। ਹੁਣ ਸ਼ਾਮ ਨੂੰ ਗੰਗੂ ਆਇਆ ਤੇ ਆ ਕੇ ਰਾਤ ਨੂੰ ਆਪਣੇ ਘਰੇ ਲੈ ਗਿਆ, ਆਖੋ ਸਤਿਨਾਮ। ਇੱਥੋਂ ਆਪਾਂ ਇਹ ਲੜੀ ਕੱਲ ਨੂੰ ਤੋਰਾਂਗੇ। ਤਾਂ ਸਾਧ ਸੰਗਤ ਜੀ, ਦੂਜੇ ਪਾਸੇ ਕੀ ਹੁੰਦਾ ਹੈ, ਜਿਹੜੀ ਰਾਤ ਲੰਘ ਗਈ, ਜਿਹੜੀ ਹੁਣ ਆਪਾਂ ਸੌਂ ਕੇ ਉੱਠ ਕੇ ਅੱਜ ਸਾਰਾ ਦਿਨ ਕੰਮ ਕਾਰ ਕੀਤਾ, ਇਹ ਜਿਹੜੀ ਰਾਤ ਸੀ 40 ਸਿੱਖਾਂ ਨੇ, 2 ਵੱਡੇ ਸਾਹਿਬਜ਼ਾਦੇ ਔਰ ਸ਼ਹਿਨਸ਼ਾਹ ਕੁੱਲ ਆਲਮ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਚਮਕੌਰ ਦੀ ਕੱਚੀ ਗੜੀ ਦੇ ਵਿੱਚ ਗੁਜ਼ਾਰੀ ਰਾਤ। ਬੇਨਤੀਆਂ ਆਪ ਜੀ ਦੇ ਚਰਨਾਂ ਵਿੱਚ ਰੱਖੀਆਂ ਸੀ, ਲੜੀ ਜੋੜ ਦਵਾਂ ਕਿ ਸਾਧ ਸੰਗਤ ਜੀ ਵੀ ਥੱਕੇ ਹੋਣਗੇ, ਆਰਾਮ ਵਿੱਚ ਹੋ ਗਏ ਹੋਣਗੇ, ਰਾਤ ਕਵਿਤਾ ਦੀਆਂ ਲਾਈਨਾਂ ਰਾਤ ਬੋਲ ਚੁੱਕੇ ਆ, ਹੁਣ ਨਹੀਂ। ਕਹਿੰਦੇ ਉੱਥੇ ਜਦੋਂ ਵੇਖਿਆ ਤਾਂ ਉੱਥੇ ਵੀ ਗਰਦਨ ਝੁਕਾਈ ਹੋਈ ਹੈ ਤੇ ਮਹਾਰਾਜ ਸਾਹਿਬ ਜੀ ਬੰਦਗੀ ਦੇ ਵਿੱਚ ਬੈਠੇ ਹੋਏ ਨੇ। ਤਕਰੀਬਨ 1.5 ਘੜੀ ਮਹਾਰਾਜ ਜੀ ਉਸੇ ਤਰ੍ਹਾਂ ਬੈਠੇ ਰਹੇ। 1.5 ਘੜੀ ਦੇ ਬਾਅਦ ਉੱਠਦੇ ਆ, कदमों से टहलते थे मगर दिल था दुआ में, कदमां तो चल रहे ने मगर जिहड़ा दिल है वो परमात्मा दे विच साध संगत दुआ दे विच जुड़िया होया है। बोले ऐ खुदा बंद हूँ खुश तेरी रजा में, जिवें तू करदा आ मालिक मैं ओदे विच खुश हाँ, को सतनाम। मैनू ओदे ते कोई गुस्सा नहीं, कोई गिला नहीं। करतार से कहते थे गोया रूबरू होकर, कल जाऊंगा चमकौर से मैं सुरखरू होकर। कल मैं चमकौर दी इस कच्ची गड़ी तो सुरखरू होके जावांगा। गुरसिखो प्यारियो, फिर बेनती कर दवां, रात तुसीं सुन चुके हो। सतगुरु जी ने उत्थे जदों खालसे पए हुए सी ना, गुरु के सिख आराम कर रहे सी, ਤਾਂ ਸੱਚੇ ਪਾਤਸ਼ਾਹ ਨੇ ਚੁੰਮਾ ਕਭੀ ਹਕਲੂਮ ਤੋਂ ਕਭੀ ਦਾਹਿਨ ਚੁੰਮਨੇ ਬੈਠੇ, ਕਦੇ ਸਿੱਖਾਂ ਦੇ ਮਸਤਕ ਨੂੰ ਚੁੰਮਿਆ, ਕਦੇ ਹੱਥਾਂ ਨੂੰ ਚੁੰਮਿਆ। ਆਖੋ ਵਾਹਿਗੁਰੂ। ਤਾਂ ਅੱਲਾ ਯਾਰ ਖਾਂ ਜੋਗੀ ਕਹਿੰਦਾ ਯਾ ਖੁਦਾ ਪਾਇੰਤੀ ਆਏ ਤੋ ਪਾਮ ਵੀ ਚੁੰਮੇ। ਕਹਿੰਦੇ ਜਦੋਂ ਪੈਰਾਂ ਵਾਲੇ ਪਾਸੇ ਪਾਤਸ਼ਾਹ ਆ ਗਏ ਤਾਂ ਮਹਾਰਾਜ ਨੇ ਸਿੱਖਾਂ ਦੇ ਪੈਰ ਵੀ ਚੁੰਮ ਲਏ। ਆਖੋ ਸਤਨਾਮ। ਇੰਨਾ ਪ੍ਰੇਮ, ਐਡਾ ਪਿਆਰ। ਮਹਾਰਾਜ ਕਹਿਣ ਲੱਗੇ ਅੱਲਾ ਯਾਰ ਖਾਂ ਜੋਗੀ, ਇਹ ਮੇਰੇ ਗੁਰੂ ਕੇ ਸਿੱਖ ਜਿੱਥੇ ਮੇਰਾ ਪਸੀਨਾ ਡੁੱਲ ਜਾਏ ਨਾ ਉੱਥੇ ਖੂਨ ਬਹਾਉਂਦੇ। ਆਖੋ ਵਾਹਿਗੁਰੂ। ਇਹ ਮੈਨੂੰ ਅਜੀਤ ਤੋਂ ਜੁਝਾਰ ਤੋਂ ਉਹਨਾਂ ਤੋਂ ਪਹਿਲਾਂ ਇਹ ਨੇ ਮੈਨੂੰ, ਇਸੇ ਲਈ ਮੈਂ ਆਪਣੇ ਇਹਨਾਂ ਪੁੱਤਰਾਂ ਦੇ ਪੈਰ ਵੀ ਚੁੰਮ ਰਿਹਾ, ਇਹਨਾਂ ਦੇ ਮੱਥੇ ਵੀ ਚੁੰਮ ਰਿਹਾ, ਇਹਨਾਂ ਦੇ ਹੱਥ ਵੀ ਚੁੰਮ ਰਿਹਾ। ਆਖੋ ਸਤਨਾਮ। ਤੇ ਸਤ ਸੰਗਤ ਜੀ, ਉਸ ਤੋਂ ਅੱਗੇ ਜੇ ਚੱਲੀਏ ਤਾਂ ਅੰਮ੍ਰਿਤ ਵੇਲਾ ਹੋਇਆ ਜਦੋਂ, ਅੱਜ ਦਾ ਅੰਮ੍ਰਿਤ ਵੇਲਾ ਜਿਹੜਾ ਆਪਾਂ ਸੌਂ ਕੇ ਆਏ। ਆਖੋ ਸਤਨਾਮ। ਕੋਈ ਵਿਰਲੇ ਉੱਠੇ ਹੋਣਗੇ ਜਿਨ੍ਹਾਂ ਦੀਆਂ ਅੱਖਾਂ ਚੋਂ ਹੰਝੂ ਆਏ ਹੋਣਗੇ। ਪਾਤਸ਼ਾਹ ਅੱਜ ਦਾ ਦਿਨ ਹੈ ਜਦੋਂ ਤੁਸੀਂ ਸਿੱਖਾਂ ਤੇ ਸਾਹਿਬਜ਼ਾਦਿਆਂ ਨੂੰ ਵੀ ਆਪਣੇ ਨਾਲੋਂ ਜੁਦਾ ਕਰ ਦੇਣਾ। ਆਖੋ ਸਤਨਾਮ। ਰਾਤ ਨੂੰ ਕਹਿੰਦੇ ਸੀ ਨਾ ਜਦੋਂ ਵੇਖ ਰਹੇ ਸੀ, ਕੱਲ 4 ਥੇ ਅੱਜ 2 ਹੈ, ਯਾ ਖੁਦਾ ਕੱਲ ਇਹ ਵੀ ਨਾ ਰਹੇਗੇ। ਕੱਲ ਨੂੰ ਇਹ ਦੋਵਾਂ ਨੇ ਵੀ ਮੇਰੇ ਨਾਲ ਨਹੀਂ ਹੋਣਾ ਤਾਂ ਉਦੋਂ ਮੈਂ ਸਿਰ ਸੱਟ ਕੇ ਨਹੀਂ ਬਵਾਂਗਾ। ਆਖੋ ਸਤਨਾਮ। ਉਦੋਂ ਵੀ ਮੈਂ ਚੜ੍ਹਦੀ ਕਲਾ ਵਿੱਚ ਹੀ ਹੋਵਾਂਗਾ। ਸਾਧ ਸੰਗਤ, ਅੰਮ੍ਰਿਤ ਵੇਲਾ ਹੋਇਆ। ਗੁਰਸਿੱਖਾਂ ਪਿਆਰਿਆਂ ਨੇ ਸਤਿਗੁਰੂ ਜੀ ਦੇ ਨਾਲ ਮਿਲ ਕੇ ਅੱਜ ਫਿਰ ਚਮਕੌਰ ਦੀ ਗੜੀ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਕੀਤਾ, ਪਾਠ ਕੀਤਾ। ਨਿਤਨੇਮ ਕਰਕੇ ਜਦੋਂ ਅਰਦਾਸ ਕਰਕੇ ਜੈਕਾਰਾ ਛੱਡਿਆ ਨਾ, ਤੇ ਜਦੋਂ ਉਹਦੀ ਆਵਾਜ਼ ਆਈ ਕਹਿੰਦੇ ਮਨ ਨੂੰ ਇਉਂ ਲੱਗਿਆ ਵੀ ਜਿਵੇਂ ਖੰਡ ਬ੍ਰਹਮੰਡ ਗੂੰਜ ਗਏ ਹੋਣ। ਆਖੋ ਸਤਨਾਮ। ਪਹਾੜੀਆਂ ਦੇ ਦਿਲ ਦਹਿਲ ਗਏ। ਤੇ ਪਹਾੜੀਏ ਸੂਈਏ ਨੂੰ ਕਹਿੰਦੇ ਨੇ ਪੱਕੀ ਗੱਲ ਆ ਅੰਦਰ 40-42 ਸਿੰਘੀ ਨੇ, ਇੰਨੇ ਕੀ ਹੈ? ਉਹ ਕਹਿੰਦਾ ਹਾਂ ਜੀ। ਕਹਿੰਦੇ ਆਵਾਜ਼ ਤੇ ਇਸ ਤਰ੍ਹਾਂ ਆਈ ਹੈ ਵੀ ਜਿਵੇਂ ਸਾਰਾ ਮੁਲਕ ਹੀ ਇਹਦੇ ਅੰਦਰ ਹੋਏ। ਆਖੋ ਸਤਨਾਮ। ਮਾਨੋ ਸਾਰਾ ਸੰਸਾਰ ਹੀ ਕੱਚੀ ਗੜੀ ਵਿੱਚ ਆ ਗਿਆ ਹੋਏ। ਕਹਿੰਦਾ ਨਹੀਂ 40 ਕੁ ਸਿੰਘੀ ਨੇ। ਸਾਧ ਸੰਗਤ ਜੀ, ਕਹਿੰਦੇ 9-10 ਵੱਜ ਗਏ ਦਿਨ ਦੇ। ਉਸ ਤੋਂ ਪਹਿਲਾਂ ਕਈ ਵਾਰ ਬਾਹਰੋਂ ਹੱਲਾ ਕਰਨ ਦੀ ਉਹਨਾਂ ਨੇ ਕੋਸ਼ਿਸ਼ ਕੀਤੀ
ਪਰ ਚਮਕੌਰ ਦੀ ਗੜੀ ਜਿਹੜੀ ਹੈ ਉੱਚੀ ਜਗ੍ਹਾ ਤੇ ਸੀ। ਜਦੋਂ ਇਧਰੋਂ ਤੀਰਾਂ ਦੀ ਵਿਸ਼ਾਰ ਹੁੰਦੀ ਤਾਂ ਉਹ ਪਿੱਛੇ ਮੁੜ ਜਾਂਦੇ। ਫਿਰ ਕੀ ਹੋਇਆ, ਪਿਛਲੇ ਪਾਸੇ ਮਹਾਰਾਜ ਸਾਹਿਬ ਨੂੰ ਆ ਕੇ ਸਿੱਖਾਂ ਸੇਵਕਾਂ ਨੇ ਕਿਹਾ, ਮਹਾਰਾਜ ਜੀ ਕੁਛ ਕੁ ਮੁਗਲ ਪੌੜੀ ਲਾ ਕੇ ਕੱਚੀ ਗੜੀ ਤੇ ਚੜਨ ਦੀ ਤਿਆਰੀ ਵਿੱਚ ਲੱਗ ਰਹੇ ਨੇ। ਤੇ ਮਹਾਰਾਜ ਸਾਹਿਬ ਕਹਿੰਦੇ, ਕੋਈ ਗੱਲ ਨਹੀਂ ਪੁੱਤਰ ਜੀ, ਜਿਹੜਾ ਪੌੜੀ ਲਾ ਕੇ ਉੱਤੇ ਚੜੇਗਾ ਉੱਤੇ ਹੀ ਆਏਗਾ ਨਾ। ਤੇ ਮੈਂ ਤੁਹਾਨੂੰ ਤੀਰ ਅੰਦਾਜ਼ੀ ਇਸ ਲਈ ਸਿਖਾਈ ਹੈ, ਜਿਹੜਾ ਚੜ ਕੇ ਆਉਂਦਾ ਉਹਨੂੰ ਇੱਕ ਤੀਰ ਬਖਸ਼ ਦੇਣਾ। ਆਖੋ ਸਤਿਨਾਮ। ਦੇਖੋ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਉੱਥੇ ਇੱਕ ਤੀਰ ਮਾਰ ਕੇ ਉਹਨੂੰ ਸੱਟੋ ਥੱਲੇ। ਮਹਾਰਾਜ ਕਹਿੰਦੇ ਉਹਨੂੰ ਇੱਕ ਤੀਰ ਬਖਸ਼ ਦਿਓ। ਆਖੋ ਸਤਿਨਾਮ। ਤਾਂ ਸਭ ਤੋਂ ਪਹਿਲਾਂ ਜਿਹੜਾ ਮਲੇਰਕੋਟਲੇ ਦਾ ਨਵਾਬ ਸ਼ੇਰ ਖਾਂ, ਇਹਦਾ ਭਰਾ ਨਾਰ ਖਾਂ, ਜਿਹੜਾ ਕਿ ਸਾਰੀ ਦੀ ਕਮਾਂਡ ਕਰਦਾ ਪਿਆ ਸੀ, ਔਰ ਖਵਾਜਾ ਇਹਦਾ ਨਾਮ ਸੀ ਖਵਾਜਾ ਮਹਿਦੂਦ। ਇਹ ਦੋ ਜਿਹੜੇ ਸੀ ਕਮਾਂਡਰ ਸਨ। ਤਾਂ ਸਾਧ ਸੰਗਤ ਨਾਰ ਖਾਂ ਜਦੋਂ ਉੱਤੇ ਚੜਿਆ ਨਾ, ਤਾਂ ਮਹਾਰਾਜ ਸਾਹਿਬ ਨੇ ਇੱਕ ਤੀਰ ਉਹਨੂੰ ਬਖਸ਼ ਦਿੱਤਾ ਤੇ ਉਹ ਭਵੰਟਲੀਆਂ ਲੈਂਦਾ ਥੱਲੇ ਡਿੱਗ ਗਿਆ ਜਾ ਕੇ। ਦੂਸਰਾ ਜਦੋਂ ਇਹ ਖਵਾਜਾ ਮਹਿਦੂਦ ਅਲੀ ਚੜਿਆ, ਤਾਂ ਜਦੋਂ ਇਹਨੇ ਮਹਾਰਾਜ ਸਾਹਿਬ ਦਾ ਤੇਜ ਤਪ ਵੇਖਿਆ ਨਾ, ਤੇ ਇੱਕਦਮ ਇਹਦੇ ਮੁਖੋਂ ਨਿਕਲਦਾ, ਯਾ ਖੁਦਾ ਅੱਜ ਬਚਾ ਲਿਆ। ਆਖੋ ਸਤਿਨਾਮ। ਅੱਜ ਬਚਾ ਲਿਆ। ਤੇ ਇੱਕਦਮ ਥੱਲੇ ਹੋ ਗਿਆ। ਤਾਂ ਜਦੋਂ ਮਹਾਰਾਜ ਸਾਹਿਬ ਜ਼ਫਰਨਾਮਾ ਲਿਖਦੇ ਆ ਨਾ, ਜ਼ਫਰਨਾਮੇ ਵਿੱਚ ਲਿਖਦੇ ਆ, ਔਰੰਗਜ਼ੇਬ ਤੇਰਾ ਜਿਹੜਾ ਸਭ ਤੋਂ ਵੱਡਾ ਸੂਰਮਾ ਖਵਾਜਾ ਮਹਿਦੂਦ ਸੀ ਨਾ, ਉਹ ਖਵਾਜਾ ਮਰਦੂਦ ਨਿਕਲਿਆ। ਖੋਏ ਇਸੇ ਲਈ ਸਿੱਖ ਉਹਨੂੰ ਖਵਾਜਾ ਮਰਦੂਦ ਹੀ ਕਹਿੰਦੇ ਆ। ਕਹਿੰਦੇ ਜਿਹੜਾ ਖਵਾਜਾ ਮਰਦੂਦ ਸੀ, ਉਹ ਗੜੀ ਦੀ ਕੰਧ ਉੱਤੇ ਲੁਕ ਕੇ ਆਪਣੀ ਜਾਨ ਬਚਾ ਗਿਆ। ਜੇ ਕਿਤੇ ਅੱਗੇ ਆ ਜਾਂਦਾ ਤਾਂ ਇੱਕ ਤੀਰ ਮੈਂ ਉਹਨੂੰ ਵੀ ਬਖਸ਼ ਦੇਣਾ ਸੀ। ਆਖੋ ਸਤਿਨਾਮ। ਮਹਾਰਾਜ ਦੇ ਹਰ ਤੀਰ ਦੇ ਅੱਗੇ 1.25 ਤੋਲਾ ਸਿਉਨਾ ਲੱਗਾ ਹੁੰਦਾ ਸੀ। ਆਖੋ ਸਤਿਨਾਮ। ਤੇ ਮਹਾਰਾਜ ਨੇ ਜਿਹਨੂੰ ਮਾਰਿਆ, ਇੱਕ ਤੀਰ ਮਾਰਿਆ, ਦੂਜਾ ਨਹੀਂ ਮਾਰਿਆ। ਆਖੋ ਵਾਹਿਗੁਰੂ। ਇੱਕ ਤੀਰ, ਸਿਰਫ ਇੱਕ ਤੀਰ, ਇੱਕੋ ਤੀਰ ਦੇ ਨਾਲ ਹੀ ਪਾਰ ਬੁਲਾ ਦਿੱਤਾ। ਆਖੋ ਸਤਿਨਾਮ। ਤੇ ਸਤ ਸੰਗਤ ਜੀ, ਹੁਣ ਭਾਈ ਦਇਆ ਸਿੰਘ ਆ ਕੇ ਕਹਿੰਦੇ, ਸੱਚੇ ਪਾਤਸ਼ਾਹ ਜਦੋਂ ਤੁਸੀਂ ਸਾਨੂੰ ਗੱਤਕਾ ਸਿਖਾਉਂਦੇ ਸੀ, ਗੱਤਕਾ ਵੇਖਦੇ ਸੀ ਅੱਗੇ ਬਹਿ ਕੇ, ਤੇ ਉਦੋਂ ਪੈਂਤੜੇ ਪਾਉਂਦੇ ਹੁੰਦੇ ਸੀ। ਤੇ ਮਹਾਰਾਜ ਜੀ ਫਿਰ ਐ ਖੇਡ ਖੇਡ ਕੇ ਸ਼ਸਤਰ ਦੀ ਅਭਿਆਸ ਕਰਵਾਉਣੇ। ਤੇ ਮਹਾਰਾਜ ਹੁਣ ਆਨੰਦ ਜਿਹਾ ਨਹੀਂ ਆਉਂਦਾ। ਜੇ ਤੁਸੀਂ ਕਿਰਪਾ ਕਰੋ, ਆਗਿਆ ਬਖਸ਼ੋ, ਸਾਡਾ ਮਨ ਹੈ ਰਣ ਤੱਤੇ ਦੇ ਮੈਦਾਨ ਵਿੱਚ ਜੂਝੀਏ। ਆਖੋ ਸਤਿਨਾਮ। ਸਾਧ ਸੰਗਤ ਜੀ, ਤਾਂ ਗੁਰੂ ਸਾਹਿਬ ਨੇ ਕਿਹਾ, ਗੁਰਸਿੱਖੋ ਪਿਆਰਿਓ, ਜੇ ਤੁਹਾਡਾ ਇਸ ਤਰ੍ਹਾਂ ਮਨ ਹੈ ਤਾਂ ਆਗਿਆ ਹੈ। ਫਿਰ ਮਹਾਰਾਜ ਜੀ 50 ਸਿੰਘਾਂ ਦਾ ਜਥਾ ਬਣਾਉਂਦੇ, ਇੱਕ ਜਥੇਦਾਰ, ਤੇ ਮਹਾਰਾਜ ਜੀ ਗੜੀ ਵਿੱਚੋਂ ਤੋਰਦੇ। ਤੁਸੀਂ ਹੈਰਾਨ ਹੋਵੋਗੇ ਸੁਣ ਕੇ। ਜਿਵੇਂ ਆ ਲੜਾਈ ਕਿਤੇ ਹੁੰਦੀ ਹੈ ਤਾਂ ਸੂਚੀ ਜਾਰੀ ਕਰਦੇ ਆ ਨਾ, ਵੀ ਇੰਨੇ ਸਾਡੇ ਜਿਹੜੇ ਆ ਉਹ ਸ਼ਹੀਦ ਹੋ ਗਏ, ਮਾਰੇ ਗਏ। ਜਦੋਂ ਔਰੰਗਜ਼ੇਬ ਨੇ ਚਮਕੌਰ ਦੀ ਗੜੀ ਦੇ ਯੁੱਧ ਦੀ ਸੂਚੀ ਜਾਰੀ ਕੀਤੀ ਸੀ, ਤੇ ਕੀ ਸੋਚ ਸਕਦੇ ਹੋ ਵੀ 40 ਸਿੱਖਾਂ ਨੇ ਕਿੰਨਿਆਂ ਨੂੰ ਨਰਕਾਂ ਨੂੰ ਤੋਰਿਆ ਹੋਊਗਾ। ਉਹਨੇ ਗਿਣਤੀ ਜਾਰੀ ਕੀਤੀ 3,60,000 ਬੰਦਾ। ਕਿੱਡੀ ਵੱਡੀ ਗਿਣਤੀ ਆ। ਹੈਰਾਨੀ ਨਹੀਂ ਹੋਈ ਸੁਣ ਕੇ? ਆਖੋ ਸਤਿਨਾਮ। ਵੀ ਸਾਡੇ ਤੇ ਬਾਹਰ ਕੋਈ ਡੰਡਾ ਲੈ ਕੇ ਖਲੋ ਜੇ ਤਾਂ ਸਾਡਾ ਨਿਤਨੇਮ ਵਾਲੀ ਪੋਥੀ ਸਾਹਿਬ ਹੱਥੋਂ ਛੁੱਟ ਜੇ। ਆਖੋ ਵਾਹਿਗੁਰੂ। ਪਰ ਵੇਖੋ, ਉਹਨੇ ਫਿਰ ਇਹ ਸੂਚੀ ਜਾਰੀ ਕੀਤੀ ਵੀ ਆਹ 2 ਦਿਨ ਵਿੱਚ ਸਾਡਾ 3,60,000 ਬੰਦਾ ਮਾਰਿਆ ਗਿਆ। ਆਖੋ ਸਤਿਨਾਮ। ਤੇ ਸਾਧ ਸੰਗਤ ਜੀ, ਕਹਿੰਦੇ ਜਿਵੇਂ ਜਿਵੇਂ ਸਿੰਘ ਸ਼ਹੀਦ ਹੋ ਜਾਂਦੇ ਨੇ, ਤਾਂ ਅਗਲਾ ਜਥਾ ਜਿਹੜਾ ਹੈ ਉਹ ਤਿਆਰ ਕਰ ਦਿੱਤਾ ਜਾਂਦਾ। ਆਖੋ ਸਤਿਨਾਮ। 18 ਸਾਲ ਦੇ ਬਾਬਾ ਅਜੀਤ ਸਿੰਘ ਸਾਹਿਬ ਪਾਤਸ਼ਾਹ ਦੇ ਅੱਗੇ ਆ ਕੇ ਖਲੋਂਦੇ ਨੇ, ਤੇ ਕਹਿਣ ਲੱਗੇ, ਮਹਾਰਾਜ ਮੇਰਾ ਵੀ ਦਿਲ ਕਰਦਾ ਹੈ, ਮੈਂ ਵੀ ਜਿਵੇਂ ਪਿਆਰੇ ਭਾਈ ਮੋਹਕਮ ਸਿੰਘ ਜੀ, ਪਿਆਰੇ ਭਾਈ ਸਾਹਿਬ ਸਿੰਘ ਜੀ, ਪਿਆਰੇ ਭਾਈ ਹਿੰਮਤ ਸਿੰਘ ਜੀ ਸ਼ਹੀਦ ਹੋਏ ਆ ਨਾ, ਭਾਈ ਕੋਠਾ ਸਿੰਘ, ਮਦਨ ਸਿੰਘ ਸ਼ਹੀਦ ਹੋਏ ਨੇ, ਮੇਰਾ ਜੀ ਕਰਦਾ ਜਿਵੇਂ ਭਾਈ ਆਲਮ ਸਿੰਘ ਸ਼ਹੀਦੀ ਪਾ ਗਏ, ਭਾਈ ਸੁਜਾਨ ਸਿੰਘ ਸ਼ਹੀਦੀ ਪਾ ਗਏ, ਮਹਾਰਾਜ ਕਿਤੇ ਮੈਨੂੰ ਵੀ ਇਹ ਸ਼ਹੀਦੀ ਜਾਮ ਬਖਸ਼ ਦਿਓ। ਆਖੋ ਸਤਿਨਾਮ। ਤੇ ਗੁਰੂ ਸਾਹਿਬ ਨੇ ਉਦੋਂ ਨੇਤਰ ਭਰ ਕੇ ਚੰਗੀ ਤਰ੍ਹਾਂ, ਨੇਤਰ ਭਰਨਾ ਦਾ ਮਤਲਬ ਇਹ ਨਹੀਂ ਵੀ ਅੱਖਾਂ 'ਚ ਪਾਣੀ, ਚੰਗੀ ਤਰ੍ਹਾਂ ਸਾਹਿਬਜ਼ਾਦੇ ਵੱਲ ਵੇਖਿਆ ਨਾ, ਤੇ ਮਹਾਰਾਜ ਕਹਿਣ ਲੱਗੇ, ਪੁੱਤਰ ਤੂੰ ਤਾਂ ਮੇਰੇ ਜਿਹੜੇ ਹੀ ਜਵਾਨ ਹੋ ਗਿਆ। ਆਖੋ ਸਤਿਨਾਮ। ਕਦੇ ਵੇਖਿਆ ਹੀ ਨਹੀਂ ਸੀ ਧਿਆਨ ਨਾਲ।
ਜ਼ਿਕਰ ਆਉਂਦਾ ਹੈ ਵੀ ਬਾਬਾ ਅਜੀਤ ਸਿੰਘ ਜੀ ਦਾ 7.25 ਫੁੱਟ ਉੱਚਾ ਕੱਦ ਸੀ, ਆਖੋ ਵਾਹਿਗੁਰੂ। ਔਰ ਜਿਹੜੇ ਗਜ਼ ਨਾਲ ਆਪਾਂ ਕੱਪੜਾ ਨਾਪਦੇ ਆ ਨਾ, ਤੇ 1.25 ਗਜ਼ ਜਿਹੜੀ ਹੈ ਉਹ ਬਾਬਾ ਅਜੀਤ ਸਿੰਘ ਦੀ ਛਾਤੀ ਹੋਈ ਸੀ, ਆਖੋ ਸਤਨਾਮ। ਇੰਨੇ ਭਾਰੇ ਜੁੱਸੇ ਵਾਲਾ ਸਰੀਰ ਸੀ, ਮਾਨੋ ਜਿਵੇਂ ਆਪਣੇ ਪੜਦਾਦੇ ਤੇ ਚਲੇ ਗਏ ਹੋਣ, ਆਖੋ ਸਤਨਾਮ। ਪੜਦਾਦਾ ਕੌਣ ਸੀ? ਹਾਂ, ਗੁਰੂ ਹਰਗੋਬਿੰਦ ਸਾਹਿਬ, ਆਖੋ ਸਤਨਾਮ। ਤਾਂ ਸਾਧ ਸੰਗਤ ਜੀ, ਮਾਨੋ ਪੜਦਾਦੇ ਦੇ ਉੱਤੇ ਸਰੀਰ ਗਿਆ। ਤਾਂ ਮਹਾਰਾਜ ਜੀ ਵੇਖਦੇ ਨੇ, ਕਹਿੰਦੇ ਪੁੱਤਰਾ ਤੂੰ ਤੇ ਮੇਰੇ ਜਿਹੜੇ ਹੀ ਜਵਾਨ ਹੋ ਗਿਆ। ਕਹਿਣ ਲੱਗਾ ਸੱਚੇ ਪਾਤਸ਼ਾਹ, ਕਹਿਣ ਲੱਗੇ ਵਾਹਿਗੁਰੂ ਪਿਤਾ ਜੀ ਆਗਿਆ ਬਖਸ਼ੋ, ਮੇਰਾ ਜੀ ਕਰਦਾ ਮੈਂ ਵੀ ਹੁਣ ਮੈਦਾਨ ਵਿੱਚ ਜਾ ਕੇ ਮਹਾਰਾਜ ਜੀ ਜਿਵੇਂ ਪਾਤਸ਼ਾਹ ਤੁਸੀਂ ਮੈਨੂੰ ਗੱਤਕੇ ਦੇ ਜੌਹਰ ਉੱਥੇ ਤੁਸੀਂ ਵੇਖਦੇ ਹੁੰਦੇ ਸੀ, ਤੇ ਕਿਰਪਾ ਕਰੋ ਕਿਤੇ ਅੱਜ ਉਸੇ ਤਰ੍ਹਾਂ। ਉੱਥੇ ਹਕੀਮ ਅੱਲਾ ਯਾਰ ਖਾਂ जोगी लिखदा है, कहंदा सिक्खी भी सिखाती है, फना जात में हो जा, पैरो गुरु नानक का हर एक बात में हो जा। कहंदे अपने आप नूं निशावर कर देना ये सिक्खी ही सिखा सकदी, आखो सतनाम। बाकी धर्मां दे लोग या फौजां जदों लड़दियां उन्हां दी इच्छा की हुंदी है भी आपां लड़ के शरीर नूं वापस लैके आउणा। सिख जंग क्यों जितदे सी? क्योंकि सिख इहनूं बिनसन हार जाणदे है। सिख वापस मुड़न की इच्छा रख के नहीं जाते सी, आखो सतनाम। सिखां दी इच्छा हुंदी सी जे किसी ने बच के आ जाना, उन्होंने कहना महाराज जी तुसी सानू शहादत साडी झोली क्यों नहीं पाई, आखो वाहिगुरू मेहर कर दे किते महाराज जिवें दूजे सिंह शहीद होए असीं भी शहीद हो जांदे, आखो सतनाम। तां महाराज जी ना हुण बाबा अजीत सिंह साहब नूं हत्थीं तैयार कर रहे, दमाला सजाया, तन दे उत्ते शस्त्र सजाए, शस्त्र सजा के फिर महाराज कहंदे है मेरा सिंह बंको लागो रे। महाराज ने अपनी मौज विच उत्थे ये शब्द वरते, मेरा सिंह बंको लागो रे। उत्थे नहीं कहा मेरा पुत बंको लागो रे, आखो वाहिगुरू की आख्या? मेरा सिंह बंको लागो रे। पुत्रा अज बहुत सोहना लग रहा, आखो सतनाम। कहन लगे मेरा जी करदा है तू सामने युद्ध कर रहा होए ते मैं इत्थे गड़ी ते खड़ के देख रहा होवां, ते पुत्रा चेते रखी जिन्ने फट लगन वो तेरी छाती ते होने चाहिए ने, आखो सतनाम। जिन्ने फट होण आ सामने सन्मुख हो के जुझी। सत बचन पिता जी। किले दा दरवाजा खुलिया तां बाबा अजीत सिंह साहब दा जिहड़ा स्वरूप सी वो गुरु गोबिंद सिंह साहब महाराज नाल मिलदा सी, आखो वाहिगुरू। ਜਦੋਂ ਇਹ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਫੜਿਆ ਹੋਇਆ ਨਾ, ਆਖੋ ਸਤਨਾਮ, ਤੇ ਅੱਲਾ ਯਾਰ ਖਾਂ ਜੋਗੀ ਕਹਿੰਦਾ ਹੈ ਕਿ ਉਧਰ ਇੱਕਦਮ ਆਵਾਜ਼ਾਂ ਆਉਂਦੀਆਂ, ਗੋਬਿੰਦ ਕੇ ਦਿਲਦਾਰ ਕਿਲੇ ਸੇ ਨਿਕਲ ਆਏ। ਕਹਿੰਦੇ ਉਹਨਾਂ ਮੁਗਲਾਂ ਨੂੰ ਇਉਂ ਮਹਿਸੂਸ ਹੋ ਰਿਹਾ ਹੈ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਆ ਗਏ ਜੰਗ ਵਿੱਚ, ਆਖੋ ਵਾਹਿਗੁਰੂ। गोविंद के दिलदार किले से निकल आए, वो देखिए सरकार किले से निकल आए, घोड़े पे है असवार किले से निकल आए, ले हाथ में तलवार किले से निकल आए। कहने लगे हाथ विच श्री साहब है ते किले विचों निकल आए ने, आखो सतनाम। साध संगत जी हुण महाराज कहन लगे मेरा मन करदा है भी तू इन्हां दे विचकार जाके युद्ध शुरू करी, आखो वाहिगुरू। ते नाम रसी रूह कहती है भी सीस फायर उत्तों महाराज ने तीरां दे नाल राह बना के दिता, आखो वाहिगुरू। जदों बहुत अगे चले गए ना, चारे पासों चंगी तरह घिर चुके आ, ते उदों महाराज वाल ऐ वेखदे आ ते महाराज ऐ हथ करदे आ भी ठीक है पुत इत्थों हुण लड़ना शुरू करो, आखो सतनाम। साध संगत जी सतगुरु जी गड़ी दे उत्ते खड़े होए, आखो सतनाम। महाराज जी सामने खड़ के वेख रहे ने, बाबा अजीत सिंह जूझ रहे, आखो सतनाम। साडे कई प्रचारक ना जी इत्थे राजे दशरथ दे नाल तुलना करन लग जाणगे, आखो सतनाम। भी जदों भगवान राम जी ने अयोध्या तो गए तां दशरथ ने महलां तो छाल मारती, आखो वाहिगुरू। दशरथ दा ते साध संगत जी महाराज नाल कोई मेल ही नहीं, आखो वाहिगुरू। वो करना बनदा ही नहीं, आखो सतनाम, क्योंकि वो राम जी दे पिता जी सन, आखो सतनाम। तां साध संगत जी महाराज दियां तां खेडां ही विलखण ने। सामने हुण जूझ रहे आ ते सच्चे पातशाह वेख रहे ने
ਸਤਿਗੁਰ ਵੇਖਦੇ ਗੜੀ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਸਾਹਿਬ ਵੇਖਦੇ ਗੜੀ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ 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 ਸਤਿਗੁਰ ਵੇਖਦੇ ਗੜੀ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਸਾਹਿਬ ਵੇਖਦੇ ਸਤਿਗੁਰ ਵੇਖਦੇ ਗਲੀ ਤੇ ਚੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਸਤਿਗੁਰ ਵੇਖਦੇ ਗੜੀ ਤੇ ਚੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਸਤਿਗੁਰ ਵੇਖਦੇ ਗੜੀ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਵੇਖਦੇ ਗੜੀ ਦੇ ਉੱਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਦੇਖਦੇ ਹੁੰਦੀਆਂ ਸਤਿਗੁਰ ਵੇਖਦੇ ਗੜੀ ਤੇ ਖੜ ਕੇ ਹੁੰਦੀਆਂ ਸ਼ਹੀਦ ਜੋੜੀਆਂ ਮਹਾਰਾਜ ਜੀ ਸਾਹਮਣੇ ਵੇਖ ਰਹੇ ਨੇ ਤੇ ਜਿਵੇਂ ਜਿਵੇਂ ਬਾਬਾ ਅਜੀਤ ਸਿੰਘ ਜੀ ਵਾਰ ਕਰ ਰਹੇ ਐ ਤੇ ਮਹਾਰਾਜ ਜੀ ਉਧਰੋਂ ਵਾਹ 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 ਪੁੱਤ ਅੱਖ ਸਾਥਾ ਓਵੇਂ ਓਵੇਂ ਅੱਲਾ ਯਾਰ ਖਾਂ ਜੋਗੀ ਨੇ ਇਹ ਚ ਬੜੀ ਸੋਹਣੀ ਲਾਈਨ ਲਿਖੀ ਹੈ ਕਹਿਣ ਲੱਗੇ क्या वसफ उस तेग का इस तेग जबान से कहंदे मैं उस श्री साहब दी तेग दी की महिमा करा अपनी इस जुबान नाल आखो वाहिगुरू कहन लगे वो म्यां से निकली नहीं निकली यह दहां से कहंदे वो म्यान दे विचों ही ना ओदी तेज धार विचों ही चमका मार रही सी म्यान चों आखो सतनाम कहते की महिमा करा मैं उस श्री साहब दी तलवार सी तलवार थी क्या जानिए क्या थी इन्ना पता नहीं वो कृपान किवें दी सी आखो सतनाम सिखो बेनती करा अमृत छको गुरु वाले बनो आखो वाहिगुरू गरीब नवाज दा बचन है किरपान पान धारियां कोट पाप टारियां कहते भाई जेड़ा खंडे बाटे दा अमृत छक लिंदा है गुरु वाला बन जांदा मैं ओदे करोड़ां गुनाह माफ कर दिंदा आखो सतनाम महाराज दी अपनी मुकद्दस कलम दे बचन कृपान पान धारियां कोट पाप टारियां जब मेरे दर्शन को आओ बन सुचेत तन शस्त्र सजाओ आखो सतनाम खैर आओ तलवार सी तलवार थी क्या जानिए क्या थी खूंखार थी खुंबार थी आफत थी बला थी आखो सतनाम कहन लगे उन्हें ते पता नहीं किन्नियां नूं मौत दे घाट तार दिता ते साध संगत जी कहते बहुत लम्मा समा बाबा अजीत सिंह जी ने युद्ध किया आखो सतनाम महाराज ने जिन्ने शस्त्र दिते से कल्ले कल्ले शस्त्र दे नाल बाबा अजीत सिंह साहब लड़े है सब तो अंत दे विच जिहड़ी गल दी श्री साहब हुंदी है ना जिहड़ी आपां तन ते सजा के रखदे आखो वाहिगुरू सब तो अखीर दे विच इहदे नाल युद्ध कीता जदों इह भी टुट गई ते फिर साध संगत जी चक्कर घुमाए अंत अपना इतिहास कहंदा है भी 300 फट बाबा अजीत सिंह जी की छाती ते लगे सी आखो वाहिगुरू क्योंकि जिन्ना मुगलों दे विच गुस्सा सी जदों पता लग्या ना भी महाराज दा पुੱਤ है ते हर एक दी ये इच्छा सी भी इन्हां नूं मैं मारां आखो वाहिगुरू मैं जाके कहां भी मैं बाबे अजीत सिंह नूं मैं मारिया ते जिवें अज कल जिहड़े चापलूसियां करदे आ की बोलदे हुंदे सी उन्हां नूं टाउट ਜਿਹੜੇ ਇਹ ਕੰਮ ਕਰਦੇ ਸੀ ਤੇ ਉਹਨਾਂ ਨੂੰ ਰਾਜ ਭਾਗ ਮਿਲਦੇ ਸੀ ਆਖੋ ਵਾਹਿਗੁਰੂ ਵੀ ਅਸੀਂ ਜਾ ਕੇ ਕਹੀਏ ਵੀ ਅਸੀਂ ਮਾਰਿਆ ਤੇ ਸਾਨੂੰ ਉੱਚੇ ਰੁਤਬੇ ਮਿਲਣ ਆਖੋ ਵਾਹਿਗੁਰੂ ਕਹਿੰਦੇ ਹਰ ਇੱਕ ਨੇ ਉਹਨਾਂ ਤੇ ਵਾਰ ਕੀਤਾ ਹਰ ਇੱਕ ਨੇ ਵਾਰ ਕੀਤਾ 300 ਵਾਰ ਹੋ ਗਿਆ ਆਖੋ ਸਤਨਾਮ ਤੇ ਜਦੋਂ ਬਾਬਾ ਫਤਿਹ ਸਿੰਘ ਵਾਹਿਗੁਰੂ ਬਾਬਾ ਅਜੀਤ ਸਿੰਘ ਜੀ ਥੱਲੇ ਡਿੱਗਣ ਲੱਗੇ ਨਾ ਤੇ ਗੜੀ ਵੱਲ ਮੁੜ ਕੇ ਵੇਖਦੇ ਆਖੋ ਸਤਨਾਮ
ਗੜੀ ਵੱਲ ਮੁੜ ਕੇ ਵੇਖਦੇ ਐ ਤੇ ਸਤਿਗੁਰੂ ਜੀ ਵੱਲ ਵੇਖਦੇ ਆ। ਸਤਿਗੁਰੂ ਜੀ ਨੇ ਹੱਥ ਖੜਾ ਕੀਤਾ। ਜੇ ਮੈਂ ਤੁਹਾਡੇ ਗਿਆਨਕਾਰੀ ਲਈ ਬੇਨਤੀ ਕਰਾਂ, ਸੰਤ ਜਰਨੈਲ ਸਿੰਘ ਜੀ ਜਦੋਂ ਅਕਾਲ ਤਖਤ ਸਾਹਿਬ ਯੁੱਧ ਹੋ ਰਿਹਾ ਸੀ ਤੇ ਜਨਰਲ ਸੁਬੇਗ ਸਿੰਘ ਸੀ ਨਾ ਜਿਹੜੇ, ਜਦੋਂ ਇਹਨਾਂ ਨੂੰ ਉਹ ਕੀ ਬ੍ਰਸਟ ਬੋਲਦੇ ਆ ਕੇ ਵੱਜਿਆ ਤੇ ਸਰੀਰ ਇੱਕਦਮ ਲਹੂ ਲੁਹਾਨ ਹੋ ਗਿਆ ਤੇ ਬਹੁਤ ਜ਼ਿਆਦਾ ਜਦੋਂ ਹਾਲਤ ਉਵੇਂ ਹੋ ਗਈ ਤੇ ਸੰਤਾਂ ਦੇ ਕੋਲ ਗਏ। ਬਾਬਾ ਜੀ ਉਸ ਸਮੇਂ ਵੇਖੋ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਬੈਠੇ ਆ ਕੋਲ, ਕਹਿੰਦੇ 8 ਅਸ਼ਟਪਦੀਆਂ ਰਹਿ ਗਈਆਂ ਸੀ, 8 ਅਸ਼ਟਪਦੀਆਂ ਰਹਿ ਗਈਆਂ ਤੇ ਬਾਬਾ ਸੁਬੇਗ ਸਿੰਘ ਨੇ ਕਿਹਾ ਮਹਾਂਪੁਰਖੋ ਆਗਿਆ ਬਖਸ਼ੋ। ਕਹਿੰਦੇ ਨਹੀਂ ਅਜੇ ਰੁਕ ਜਾ। ਆਖੋ ਸਤ। ਪੂਰਾ ਸੁਖਮਨੀ ਸਾਹਿਬ ਦਾ ਪਾਠ ਸੁਣ ਕਹਿੰਦੇ 8 ਅਸ਼ਟਪਦੀਆਂ ਸੁਣੀਆਂ ਤੇ ਫਿਰ ਸੰਤ ਜੀ ਕਹਿਣ ਲੱਗੇ ਜਾਓ ਸੁਬੇਗ ਸਿੰਘ ਜੀ ਹੁਣ ਛੁੱਟੀ ਹੈ, ਫਤਿਹ ਬੁਲਾਓ। ਤੇ ਬਾਬਾ ਸੁਬੇਗ ਸਿੰਘ ਨੇ ਫਤਿਹ ਬੁਲਾਈ ਤੇ ਚਰਨਾਂ ਵਿੱਚ ਲੀਨ ਹੋ ਗਿਆ। ਆਖੋ ਸਤ। ਸਾਧ ਸੰਗਤ ਜੀ ਹੁਣ ਮਹਾਰਾਜ ਸਾਹਿਬ ਵੱਲ ਬਾਬਾ ਅਜੀਤ ਸਿੰਘ ਨੇ ਵੇਖਿਆ ਤੇ ਸਤਿਗੁਰੂ ਜੀ ਨੇ ਵੀ ਹੱਥ ਖੜਾ ਕੀਤਾ ਹੈ, ਆਗਿਆ ਬਖਸ਼ੀ ਹੈ। ਤੇ ਜਦੋਂ ਬਾਬਾ ਅਜੀਤ ਸਿੰਘ ਸਾਹਿਬ ਥੱਲੇ ਡਿੱਗਦੇ ਆ ਨਾ ਤੇ ਮਹਾਰਾਜ ਨੇ ਉੱਚੀ ਆਵਾਜ਼ ਦੇ ਵਿੱਚ ਫਿਰ 5 ਜਕਾਰੇ ਛੱਡੇ। ਆਖੋ ਸਤਿਨਾਮ। ਕਿੰਨੇ? 5 ਜਕਾਰੇ। ਕਹਿੰਦੇ ਜਦੋਂ ਮਹਾਰਾਜ ਨੇ ਕਿਹਾ ਨਾ ਬੋਲੇ ਸੋ ਨਿਹਾਲ, ਉਹ ਸਮਾਂ ਉਹ ਸੀ ਜਦੋਂ ਨਾਲ ਦੇ ਸਿੰਘਾਂ ਤੋਂ ਸਤਿ ਸ੍ਰੀ ਅਕਾਲ ਨਾ ਬੋਲਿਆ ਗਿਆ। ਆਖੋ ਸਤਿਨਾਮ। ਬੜੇ ਉਹਨਾਂ ਨੇ ਪੱਥਰ ਦਿਲ ਤੇ ਰੱਖ ਕੇ ਕਹਿੰਦੇ ਬੜੀ ਧੀਮੀ ਜੀ ਆਵਾਜ਼ ਵਿੱਚ ਆਖਿਆ ਸਤਿ ਸ੍ਰੀ ਅਕਾਲ। ਸਤ ਸੰਗਤ ਜੀ ਅਜੇ ਬਾਬਾ ਅਜੀਤ ਸਿੰਘ ਸਾਹਿਬ ਦਾ ਸੀਸ ਵਾਹਿਗੁਰੂ ਸਰੀਰ ਜਿਹੜਾ ਹੈ ਉਹ ਥੱਲੇ ਨਹੀਂ ਸੀ ਡਿੱਗਿਆ। ਆਖੋ ਸਤਿਨਾਮ। ਤੇ ਬਾਬਾ ਜੁਝਾਰ ਸਿੰਘ ਜੀ 14 ਸਾਲ ਦੀ ਉਮਰ। ਆਖੋ ਵਾਹਿਗੁਰੂ। ਜਿਨ੍ਹਾਂ ਨੇ ਕਦੇ ਪਹਿਲਾਂ ਜੰਗ ਨਹੀਂ ਸੀ ਕੀਤਾ, ਯੁੱਧ ਨਹੀਂ ਸੀ ਕੀਤਾ, ਅੱਗੇ ਆ ਕੇ ਖੜ ਗਏ। ਪਿਤਾ ਜੀ ਅਸੀਂ ਦੋਵੇਂ ਵੀਰ, ਮੈਂ ਆਪਣਾ ਬਚਪਨ ਵੀਰ ਅਜੀਤ ਦੀ ਗੋਦ ਦੇ ਵਿੱਚ ਗੁਜ਼ਾਰਿਆ, ਜੋ ਕੁਝ ਸਾਨੂੰ ਲੈ ਕੇ ਦਿੱਤਾ ਇਕੱਠਿਆਂ, ਜਿੱਥੇ ਗਏ ਇਕੱਠੇ, ਰਹਿਣਾ ਇਕੱਠੇ, ਹਰ ਇੱਕ ਚੀਜ਼ ਇਕੱਠਿਆਂ, ਪਰ ਅੱਜ ਤੁਸੀਂ ਕਹਾਣੀ ਵੰਡ ਕਰ ਦਿੱਤੀ। ਆਖੋ ਸਤਿਨਾਮ। ਤੁਸੀਂ ਅਜੀਤ ਸਿੰਘ ਨੂੰ ਭੇਜ ਦਿੱਤਾ, ਮੈਨੂੰ ਕਿਉਂ ਨਹੀਂ? ਆਖੋ ਸਤਿਨਾਮ। ਪਿਤਾ ਜੀ ਬੜੇ ਖੁਸ਼ ਹੋਏ ਹੋ। ਮੈਂ ਵੇਖਿਆ ਜਦੋਂ ਮੇਰਾ ਵੀਰ ਫੱਟ ਖਾਂਦਾ ਸੀ ਤੁਸੀਂ ਵਾਹ ਵਾਹ ਕਰਦੇ ਸੀ, ਜਦੋਂ ਮੇਰਾ ਵੀਰ ਸਰੀਰ ਸ਼ਾਂਤ ਹੋਇਆ, ਧਰਤੀ ਤੇ ਡਿੱਗਿਆ, ਸ਼ਹੀਦ ਹੋਇਆ, ਆਪ ਜੀ ਨੇ ਜਕਾਰੇ ਛੱਡੇ। ਤੇ ਪਿਤਾ ਜੀ ਤੁਹਾਡੀ ਖੁਸ਼ੀ ਮੈਨੂੰ ਵੀ ਚਾਹੀਦੀ। ਆਖੋ ਸਤਿਨਾਮ। ਕੀ ਕਹਿਣ ਲੱਗੇ? ਦਿਓ ਆਗਿਆ ਪਿਤਾ ਜੀ ਮੈਂ ਵੀ ਜਾ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਵੱਡਾ ਵੀਰ ਗਿਆ ਜੰਗ ਨੂੰ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਦਿਓ ਆਗਿਆ ਪਿਤਾ ਜੀ ਮੈਂ ਵੀ ਜਾਵਾਂ, ਦਿਓ ਆਗਿਆ
पिता जी मैं भी जावा। देवो आज्ञा पिता जी मैं भी जावा। देवो आज्ञा पिता जी मैं भी जावा। देवो आज्ञा पिता जी मैं भी जावा। ਵੱਡਾ ਵੀਰ ਗਿਆ ਜੰਗ ਨੂੰ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਵੱਡਾ ਵੀਰ ਗਿਆ ਜੰਗ ਨੂੰ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਵੱਡਾ ਵੀਰ ਗਿਆ ਜੰਗ ਨੂੰ। ਦੇਵੋ ਆਗਿਆ ਪਿਤਾ ਜੀ ਮੈਂ ਵੀ ਜਾਵਾਂ। ਵੱਡਾ ਵੀਰ ਗਿਆ ਜੰਗ ਨੂੰ। ਦੇਵੋ देवो आज्ञा पिता जी मैं भी जावा। बड़ा वीर गया जंग नू। पिताजी भाई से बिछड़ कर हमें जीना नहीं भाता। भरा तो बिछड़ के मैं जियोना नहीं चाहता को साथा। सोना नहीं खाना नहीं पीना नहीं भाता। कहते ना ओदे बिना मैनू सोना चंगा लगे ना खाना चंगा लगे। आखो वाहिगुरू पिता जी आज्ञा बख्शो। महाराज साहब ने कहा कहते उच्च हुण महाराज जी उन्होंने वेख रहे हैं। कहते जोरा वाहिगुरू जुझार सिंह जी तुसी अज तक कोई युद्ध कीता नहीं। आखो सतनाम। कहन लगे पिता जी कुछ के मैनू अजीत वीर जी आनंदां दी पुरी सिखाउंदे सी ते कुछ अज उन्हां नूं मैं जूझदियां वेख के अज सिख लिया। आखो सतनाम। ਅੱਜ ਮੈਂ ਸਿੱਖ ਲਿਆ ਕਿਵੇਂ ਵਾਰ ਸਹਿਣੇ ਨੇ ਵੀ ਸਿੱਖ ਲਿਆ ਤੇ ਕਿਵੇਂ ਵਾਰ ਕਰਨੇ ਨੇ ਆ ਵੀ ਸਿੱਖ ਲਿਆ। ਕੋ ਸਤਨਾਮ। ਸੱਚੇ ਪਾਤਸ਼ਾਹ ਉੱਤੇ ਕੁਝ ਬਚਨ ਕਰਦੇ ਆ। ਵੇਖੋ ਅੱਲਾ ਯਾਰ ਖਾਨ ਜੋਗੀ ਜੇ ਤੁਹਾਡੇ ਕੋਲ ਕਦੇ ਸਮਾਂ ਹੋਇਆ ਨਾ ਤੇ ਜਰੂਰ ਪੜਿਓ ਜੋ ਉਹਨੇ ਲਿਖਿਆ। ਕੋ ਕੋਈ ਗੁਰੂ ਪੰਥ ਦਾ ਪ੍ਰਚਾਰਕ ਵਿਦਵਾਨ ਸੁਣਾਏ ਅੱਲਾ ਯਾਰ ਖਾਨ ਜੋਗੀ ਤੋਂ ਬਿਨਾ ਇਹ ਇਤਿਹਾਸ ਸੰਪੂਰਨ ਨਹੀਂ ਹੁੰਦਾ। ਕੋ ਸਤਨਾਮ। इनिया भावपूर्त लाइना उस कवि ने लिखिया ने। आखो वाहिगुरू कहन लगे भर राई सी आवाज से बोले गुरु गोबिंद। बड़ी धीमी आवाज च बोल रहा। आखो सतनाम। भर राई सी आवाज से बोले गुरु गोबिंद। पाला है तुम्हें नाज से बोले गुरु गोबिंद। रोका नहीं आगाज से बोले गुरु गोबिंद। उस नन्हे से जाबाज से बोले गुरु गोबिंद। कहन लगे मैं तेनू कदे आगाज भाव कदे किसी काम तो रोकिया नहीं। आखो सतनाम। ते जाबाज भाव जिहड़ा जूझण वास्ते तैयार होया होया। आखो सतनाम। कहन लगे ले आओ तन पाक पे हथियार सजा दे। आओ मैं तेरे शरीर दे उत्ते हथियार सजावां। आखो सतनाम। जिवें मैं अजीत सिंह जी नूं तोरिया ना आओ मैं हुण तेनू भी उवें शस्त्र सजावां। को सतनाम। ले आओ तन पाक पे हथियार सजा दे। छोटी सी कमान नन्ही सी तलवार सजा दे। को सतनाम। 14 साल दी उम्र है हुण आ वेख लो आए दी 15 साल मैनूं लगदा लक्की दी। आखो वाहिगुरू ते 14 साल दी उम्र। आखो सतनाम। की उम्र हुंदी। आखो सतनाम। ते महाराज 10 लाख दे नाल उन्होंने जुझण वास्ते तोड़न लगे। आखो सतनाम। कहंदे हम देते हैं खंजर उसे शमशीर समझना। अज वड्डी किरपान नहीं हैगी कोल। आखो वाहिगुरू कहन लगे तेनू खंजर देने। आखो सतनाम। नेजे की जगह दादा का तुम तीर समझना। जिवें नेजे दिते सारियां नूं हुण उन्हां दी उम्र छोटी आ उन्हां नूं नेजे दी थां ते तीर फड़ाया। आखो सतनाम। नेजे की जगह दादा का तुम तीर समझना। जितने मरे इनसे उन्हें बेपीर समझना। कहते जेड़े इन्हां दे नाल मरनगे समझ ली उन्हां दा कोई मुर्शद नहीं दुनिया ते। आखो कोई उन्हां नूं बचाउण वाला नहीं दुनिया ते। जख्म आए तो होना नहीं दिलगीर समझना। ते अगे कहन लगे वेख पुत चलिया ते है जंग नूं। आखो सतनाम। जब तीर कलेजे में लगे सी नहीं करना। कहने तू कले तीर मारने नहीं तेरे भी तीर बजने हैं। जुझार सिंह। आखो सतनाम। जब तीर कलेजे में लगे सी नहीं करना।
उफ मुंह से मेरी जान, जिवें आपां कहने ना हाय, तो फारसी में लिख रहा उफ, उफ मुंह से मेरी जान कभी भी नहीं करना। कहने वेखी किते हाय ना कह दी, अख सतनाम। इन्ने नूं ना भाई दया सिंह साहब आउंदे आ ते उन्हां तो बोल नहीं हुंदा, हथ फड़ लिया, महाराज की करन लगे? ऐ हथ फड़िया की करन लगे? कहन लगे करना की है, जिवें दूजे सिंह शहीद होए आ हुण जुझार सिंह जी नूं सब तो चमकौर दी गढ़ी दे छोटी उम्र दे जिहड़े शहीद आ बाबा जुझार सिंह ने आखो वाहिगुरू इन्हां नूं हुण तैयार करके भेजन लगा। ते भाई दया सिंह कहंदे महाराज जी बाबा अजीत सिंह शहीद हो चुके, आखो वाहिगुरू निक्कियां दा पता नहीं किथे ने, आ जुझार सिंह जी अपनी एक निशानी रख लो, आखो सतनाम। ते महाराज उत्ते गुस्सा करदे आ, कहन लगे दया सिंह जी तुहानू किन्ने ये भुलेखा पा दिता कि कल्ला अजीत सिंह, जुझार सिंह, बाबा जोरावर सिंह ते फतेह सिंह मेरी निशानी आखो है। ओ वेख सामने जंग दे मैदान विच आलम सिंह पिया कि ओ मेरी निशानी नहीं, आखो सत। ओ वेख कोठा सिंह, मदन सिंह, जाना तो प्राणा तो प्यारे सिंह, ओ रंगे दा सुइया अब्दुल तुरानी कदे सुइया बन के आया सी, खंडे बाटे दा अमृत छक के सिंह सज गया, वो अजमेर सिंह पिया होया, आखो सतनाम। की ओ मेरा सुइया नहीं वाहिगुरू, की ओ मेरा पुत नहीं, की ओ मेरी निशानी नहीं? कहन लगे अज दया सिंह तुसी बखरेवें वाली गल कर दिती, आखो सतनाम। कहन लगे पातशाह नहीं, मेरा भाव यह है भी आपां बाबा जुझार सिंह जी नूं रख लईए, आखो सतनाम। सारे सिंह खड़े ने, सिंहां दीयां अखां भरीआं होईआं ते महाराज की कहंदे ने, मैनू दिओ वधाइयां जी लाल मेरा मौत विआवण चलिया, मैनू दिओ वधाइयां जी लाल मेरा मौत विआवण चलिया, मैनू दिओ वधाइयां नी लाल मेरा मौत विआवण चलिया, दिओ वधाइयां नी लाल मेरा मौत विआवण चलिया, मैनू दिओ वधाइयां जी लाल मेरा मौत विआवण चलिया, मैनू दिओ वधाइयां जी लाल मेरा मौत विआवण चलिया, मैनू दिओ वधाइयां जी लाल मेरा मौत विआवण चलिया, मैनू दिओ वधाइयां जी लाल मेरा मौत विआवण चलिया, मैनू दिओ वधाइयां नी लाल मेरा मौत विआवण चलिया, दिओ वधाइयां नी लाल मेरा मौत विआवण चलिया, मैनू दिओ वधाइयां जी लाल मेरा मौत विआवण चलिया, मैनू दिओ वधाइयां जी लाल मेरा मौत विआवण चलिया। कहन लगे वधाइयां दिओ अखां चों हंझू नहीं, आखो सतनाम। हथ जुड़े महाराज रख लो, आखो सतनाम। सच्चे पातशाह उसे तरह तैयार कर रहे हैं ते कहन लगे ले जाओ सिधारो तुम्हें अल्लाह को सौंपा। कहन लगे मरो या मारो तुम्हें अल्लाह को सौंपा, रब को ना बिसारो तुम्हें अल्लाह को सौंपा, आखो सतनाम। प्यासे हो जात, जात भाव है मेरे पुत्रा प्यासा है तू, जामे शहादत तुम्हें अल्लाह बख्शे, सिक्खी को उभारो तुम्हें अल्लाह को सौंपा, आखो सतनाम। ते कहन लगे वाहिगुरु अब जंग की हिम्मत तुम्हें बख्शे, प्यासे हो जात जामे शहादत तुम्हें खुदा बख्शे। ते वेखो साध संगत जी उच्च बचन करदे आ, बेटा हो तुम ही पंथ के बेड़े के खवैया, सिर भेंट करो ताकि धर्म की चले नैया, ले दे के तुम ही थे मेरे गुलशन के बकैया, लो जाओ राह तकते हैं सब खुलद में भैया, आखो सतनाम। कहन लगे जा हुण जंग करी ते एक गल चेते रखी, हाय उफ आ नहीं वरतना, आखो सतनाम। ते साध संगत जी उच्चे महाराज तुरन लगे नु कहंदे आ, खाहश है तुम्हें तेग चलाते हुए देखें, हम आंख से बर्छी खाते हुए देखें, आखो वाहिगुरू।
ਕਹਿੰਦੇ ਮੇਰਾ ਜੀ ਕਰਦਾ ਮੈਂ ਤੁਹਾਨੂੰ ਵਾਰ ਕਰਦਿਆਂ ਵੀ ਵੇਖਾਂ ਤੇ ਵਾਰ ਸਹਿੰਦਿਆਂ ਵੀ ਵੇਖਾਂ। ਆਖੋ ਸਤਿਨਾਮ। कहते हम आंख से बर्छी तुम्हें खाते हुए देखूं, मरने के लिए कहने लगे जाइए जम जम रूठो ना। कहते गुस्से ना हो पुत्र, तेनू कदे नहीं रोकदे। आखो सतनाम। जाओ ते जाके तुसी भी जुझो। आखो सतनाम। जिवें बाबा अजीत सिंह जी नू तोरिया ना, उसे तरह ही बाबा जुझार सिंह जी नू तोर रहे ने। आखो सतनाम। ते साध संगत जी किले दा दरवाजा जिहड़ा सी खुल गया, कच्ची गढ़ी दा दरवाजा खुल गया। तां कहन लगे पुत्रा एक गल, तेरे भरा नूं जदों मैं तोरिया घोड़ा दिता सी, पर तेरे वास्ते घोड़ा नहीं है। आखो सतनाम। तैनूं तुर के ही युद्ध करना पऊगा। तां वेखो फिर बाबा जुझार सिंह जी ਸਿੰਘਾਂ ਦੇ ਨਾਲ ਰਣ ਦੇ मैदान ਦੇ ਵਿੱਚ ਜੂਝ ਜਾਂਦੇ ਆ। ਤੇ ਉਸੇ ਤਰ੍ਹਾਂ ਹੀ ਸਾਧ ਸੰਗਤ ਜੀ ਜੌਹਰ ਵਿਖਾਉਂਦੇ ਹੋਏ ਕਹਿੰਦੇ ਲੜਦੇ 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 ਚਮਕੌਰ ਦੀ ਗੜੀ ਤੋਂ ਲਗਭਗ 1 ਕਿਲੋਮੀਟਰ ਦੂਰ ਪਹੁੰਚ ਗਿਆ। ਆਖੋ ਸਤਨਾਮ। 1.5 ਕਿਲੋਮੀਟਰ ਦੂਰ। ਕਰਮਾਂ ਵਾਲਿਓ, ਭਾਗਾਂ ਵਾਲਿਓ, ਜਿੱਥੇ ਜਿੱਥੇ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋਏ ਆ ਨਾ, ਉੱਥੇ ਗੁਰੂ ਘਰ ਬਣੇ ਹੋਏ ਨੇ। ਆਖੋ ਵਾਹਿਗੁਰੂ। ਪਰ ਮੈਂ ਦਾਅਵੇ ਨਾਲ ਕਹਿ ਸਕਦਾ ਤੁਹਾਡੇ ਚੋਂ ਕਿਸੇ ਇੱਕ ਨੇ ਵੀ ਨਹੀਂ ਵੇਖੇ ਹੋਣਗੇ। ਆਖੋ ਸਤਨਾਮ। ਦਰਸ਼ਨ ਨਹੀਂ ਕੀਤੇ ਹੋਣੇ। ਸਾਡੇ ਕੋਲ ਕਿੱਥੇ ਵੇਲ। ਆਖੋ ਵਾਹਿਗੁਰੂ। ਅੱਜ ਵੀ ਮੈਂ ਗੁਰਮੁਖਾਂ ਨੂੰ ਕਹਿੰਦਾ ਸੀ ਸਾਡੇ ਨਾਲੋਂ ਈਸਾਈ ਲੱਖ ਦਰਜੇ ਚੰਗੇ। ਆਖੋ ਵਾਹਿਗੁਰੂ। 25 ਦਸੰਬਰ ਤੇ ਜਿੰਨੇ ਉਹਨਾਂ ਦੇ ਦੇਸ਼ ਨੇ ਟੋਟਲੀ ਕੰਮਕਾਰ ਬੰਦ, ਵੀ ਇਹ ਕ੍ਰਿਸਮਸ ਡੇ ਆਪਾਂ ਮਨਾਵਾਂਗੇ। ਤੇ ਮੈਂ ਅੱਜ ਇਹਨਾਂ ਨੂੰ ਲਾਭ ਸਿੰਘ ਜੀ ਨੇ ਇਹਨਾਂ ਨੂੰ ਕਹਿੰਦਾ ਸੀ ਰੱਬ ਕਰਕੇ ਆ 2-4 ਦਿਨ ਤਾਂ ਸੰਦ ਸਪੜੇ ਛੱਡ ਦਿਓ। ਆਖੋ ਵਾਹਿਗੁਰੂ। 2 ਦਿਨ ਤੇ ਉਹਨਾਂ ਨੂੰ ਚੇਤੇ ਕਰੋ ਨਾ। ਅੱਜ ਤੇ ਉਹਨਾਂ ਦੀ ਯਾਦ ਦੇ ਵਿੱਚ ਸੁਖਮਨੀ ਸਾਹਿਬ ਬਹਿ ਕੇ ਪੜੋ, ਜਾਪ ਸਾਹਿਬ ਬਹਿ ਕੇ ਪੜੋ, ਵੀ ਅੱਜ ਉਹ ਦਿਨ ਆ ਜਿੱਦਣ ਸਾਡੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਸ਼ਹੀਦ ਹੋ ਗਿਆ। ਆਖੋ ਵਾਹਿਗੁਰੂ। ਮਹਾਰਾਜ ਦੀਆਂ ਅੱਖਾਂ ਦੇ ਸਾਹਮਣੇ ਸਿੱਖ ਸ਼ਹੀਦ ਹੋ ਗਿਆ। ਆਖੋ ਸਤਿਨਾਮ। ਪਰ ਨਹੀਂ, ਸਾਡੇ ਕੋਲ ਕਿੱਥੇ ਟਾਈਮ। ਆਖੋ ਵਾਹਿਗੁਰੂ। ਅਸੀਂ ਤੇ ਉਵੇਂ ਹੀ ਪਾਰਟੀਆਂ ਅਟੈਂਡ ਕਰਨੀਆਂ, ਉਵੇਂ ਹੀ ਸਾਰਾ ਕੁਝ ਕਰਨਾ। ਸਾਡੀ ਜ਼ਿੰਦਗੀ 'ਚ ਕੋਈ ਫਰਕ ਨਹੀਂ। ਆਖੋ ਸਤਿਨਾਮ। ਸਾਧ ਸੰਗਤ ਜੀ ਆਪਣੇ ਅੰਦਰ ਪ੍ਰੇਮ ਪੈਦਾ ਕਰੋ ਸਤਿਗੁਰੂ ਜੀ ਪ੍ਰਤੀ। ਆਖੋ ਸਤਿਨਾਮ। ਰਾਤ ਵੀ ਬੇਨਤੀ ਕੀਤੀ ਸੀ, ਆ ਆਰਟੀਫੀਸ਼ੀਅਲ ਫੁੱਲਾਂ ਵਰਗੇ ਆਰਟੀਫੀਸ਼ੀਅਲ ਸਿੱਖ ਨਹੀਂ ਬਣਨਾ ਆਪਾਂ। ਆਖੋ ਵਾਹਿਗੁਰੂ। ਆਪਣੇ ਅੰਦਰ ਨਿਤਨੇਮ ਦੀ, ਗੁਰੂ ਇਤਿਹਾਸ ਦੀ, ਗੁਰੂ ਦੇ ਪਿਆਰ ਦੀ ਖੁਸ਼ਬੂ ਹੋਏ। ਆਖੋ ਸਤਿਨਾਮ। ਤਾਂ ਸਾਧ ਸੰਗਤ ਜੀ ਜਦੋਂ ਹੁਣ ਬਾਬਾ ਜੁਝਾਰ ਸਿੰਘ ਜੀ ਅੱਖਾਂ ਦੇ ਸਾਹਮਣੇ ਸ਼ਹੀਦ ਹੁੰਦੇ ਆ ਨਾ, ਤੇ ਮਹਾਰਾਜ ਫੇਰ ਉਸੇ ਤਰ੍ਹਾਂ ਜਕਾਰਾ ਛੱਡਦੇ ਨੇ। ਆਖੋ ਸਤਿਨਾਮ। ਆਓ ਪੜੀਏ ਇੱਕ ਧਾਰਨਾ। ਪੁੱਤਾ ਫਤਿਹ ਜਦੋਂ ਆਖਰੀ ਗਜਾਈ, ਗੁਰਾਂ ਨੇ ਜਕਾਰਾ ਛੱਡਿਆ। ਸਿੰਘਾਂ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਸਿੰਘਾਂ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਪੁੱਤਾ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਪੁੱਤਾਂ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਪੁੱਤਾ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਪੁੱਤਾ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਪੁੱਤਾ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਪੁੱਤਾ ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ। ਫਤਿਹ ਜਦੋਂ ਆਖਰੀ ਬੁਲਾਈ, ਗੁਰਾਂ ਨੇ ਜਕਾਰਾ ਛੱਡਿਆ।
ਫਤਿਹ ਜਦੋਂ ਆਖਰੀ ਬੁਲਾਈ ਗੁਰਾਂ ਨੇ ਜਗਰਾ ਛੱਡਿਆ। ਮਹਾਰਾਜ ਸਾਹਿਬ ਨੇ ਉਸੇ ਤਰ੍ਹਾਂ ਫੇਰ ਉੱਚੀ ਉੱਚੀ 5 ਜਕਾਰੇ ਛੱਡੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਧੰਨ ਜਿਗਰਾ ਸੀ ਸੱਚੇ ਪਾਤਸ਼ਾਹ। ਸੋਹਣ ਸਿੰਘ ਜੀ ਸੀਤਲ ਲਿਖਦੇ ਆ, ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ ਖੋਏ। ਕਹਿੰਦੇ ਜਦੋਂ ਅੱਖਾਂ ਦੇ ਸਾਹਮਣੇ ਛੋਟਾ ਲਾਲ ਵੀ ਸ਼ਹੀਦ ਹੋ ਗਿਆ ਨਾ, ਕਹਿਣ ਲੱਗੇ ਹੱਸ ਸ਼ਹੀਦੀ ਪਾ ਗਿਆ ਜਦ ਲਾਲ ਛੁਟੇਰਾ, ਅੱਖਾਂ ਸਾਹਮਣੇ ਹੋ ਗਿਆ ਉਹ ਬੇਰਾ ਬੇਰਾ ਕੋ ਸਤਨਾਮ। ਕਹਿੰਦੇ ਬੇਸ਼ੁਮਾਰ ਫੱਟ ਜਿਹੜੇ ਆ ਉਹਨਾਂ ਦੇ ਸਰੀਰ ਉੱਤੇ ਲੱਗੇ ਹੋਏ ਆ। ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਉਂਗਲੀ ਫੜ ਕੇ ਵੱਡਾ ਭਰਾ ਬਾਬਾ ਜੀਤ ਸਿੰਘ ਸਾਹਿਬ ਲੈ ਗਏ। ਆਖੋ ਸਤਨਾਮ। ਉਂਗਲ ਲਾ ਕੇ ਲੈ ਗਿਆ ਉਹਨੂੰ ਵੀਰ ਵਡੇਰਾ, ਜੋੜੀ ਜੋੜੀ ਹੋ ਗਿਆ ਪਰਿਵਾਰ ਬਥੇਰਾ। ਹੱਥ ਬੰਨ ਬੋਲੇ ਸਤਿਗੁਰ ਵਾਹ ਭਾਣਾ ਤੇਰਾ ਕੋਏ। ਕਰਤਾਰ ਇਹ ਤੇਰਾ ਹੁਕਮ ਹੈ, ਇਹ ਤੇਰੀ ਰਜ਼ਾ ਹੈ। ਆਖੋ ਸਤਨਾਮ। ਤੇ ਕਹਿਣ ਲੱਗੇ ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੇ ਮੇਰਾ। ਜਦੋਂ ਮਹਾਰਾਜ ਸਾਹਿਬ ਇੱਧਰ ਆਏ ਨਾ ਢਿਲਵਾਂ ਪਿੰਡ ਦੇ ਵਿੱਚ, ਤਾਂ ਚਾਚਾ ਸੋਢੀ ਕੋਲ ਰਹੇ। ਕਹਿਣ ਲੱਗਾ ਮਹਾਰਾਜ ਜੀ ਅੰਦਰੋਂ ਟੁੱਟ ਗਏ ਹੋਵੋਗੇ ਨਾ, 4 ਪੁੱਤ ਸ਼ਹੀਦ ਹੋ ਗਿਆ। ਆਖੋ ਵਾਹਿਗੁਰੂ। ਤੇ ਗੁਰੂ ਸਾਹਿਬ ਭਾਈ ਦਇਆ ਸਿੰਘ ਨੂੰ ਬੁਲਾ ਕੇ ਕਹਿਣ ਲੱਗੇ, ਕਹਿੰਦੇ ਦਇਆ ਸਿੰਘ ਜੀ ਆ ਧਰਤੀ ਦੇ ਉੱਤੇ 4 ਲਾਈਨਾਂ ਖਿੱਚੋ। ਆਖੋ ਵਾਹਿਗੁਰੂ। ਤੇ ਭਾਈ ਦਇਆ ਸਿੰਘ ਜੀ ਨੇ 4 ਲਾਈਨਾਂ ਖਿੱਚ ਦਿੱਤੀਆਂ। ਤੇ ਫਿਰ ਦੂਸਰਾ ਬਚਨ ਮਹਾਰਾਜ ਨੇ ਕੀਤਾ, ਕਹਿੰਦੇ ਐ ਕਰੋ ਹੁਣ ਇਹਨਾਂ ਨੂੰ ਮਿਟੇ ਦਿਓ। 4 ਲਾਈਨਾਂ ਮਿਟੇ ਦਿੱਤੀਆਂ। ਤੇ ਮਹਾਰਾਜ ਜੀ ਕਹਿਣ ਲੱਗੇ ਦਇਆ ਸਿੰਘ ਜੀ ਲਾਈਨਾਂ ਖਿੱਚਣ ਲੱਗਿਆਂ ਤੁਹਾਡੇ ਮਨ ਦੀ ਅਵਸਥਾ ਕੀ ਸੀ? ਤੇ ਕਹਿੰਦੇ ਮਹਾਰਾਜ ਨਿਊਟਰਲ ਸੀ, ਤੁਹਾਡੇ ਹੁਕਮ ਦੇ ਵਿੱਚ ਆਪ ਜੀ ਨੇ ਬਚਨ ਕੀਤਾ, 4 ਲਾਈਨਾਂ ਖਿੱਚ ਦਿੱਤੀਆਂ। ਕਹਿੰਦੇ ਫਿਰ ਜਦੋਂ ਮਟੇਣ ਵਾਸਤੇ ਕਹਿ ਦਿੱਤਾ ਤੇ ਉਦੋਂ ਫਿਰ ਮਨ ਤੇ ਕੀ ਬੀਤੀ? ਪਾਤਸ਼ਾਹ ਤੁਹਾਡੀ ਰਜ਼ਾ, ਤੁਹਾਡਾ ਹੁਕਮ, ਤੁਸੀਂ ਕਿਆ ਖਿੱਚ ਦਿਓ। 4 ਲਾਈਨਾਂ ਖਿੱਚ ਦਿੱਤੀਆਂ, ਆਪ ਜੀ ਨੇ ਬਚਨ ਕੀਤਾ ਮੇਟ ਦਿਓ ਤੇ ਮੇਟ ਦਿੱਤੀਆਂ। ਦੋਵਾਂ ਹਾਲਾਤਾਂ ਦੇ ਵਿੱਚ ਮੇਰੀ ਅਵਸਥਾ ਤੇ ਕੋਈ ਫਰਕ ਨਹੀਂ ਪਿਆ। ਆਖੋ ਸਤਿਨਾਮ। ਤੇ ਮਹਾਰਾਜ ਕਹਿਣ ਲੱਗੇ ਚਾਚਾ ਸੋਢੀ ਕੋਲ ਰਹੇ ਜੀ ਪਰਮੇਸ਼ਵਰ ਦੇ ਹੁਕਮ ਦੇ ਵਿੱਚ 4 ਪੁੱਤ ਆਏ ਤੇ ਪਰਮੇਸ਼ਵਰ ਦੇ ਹੁਕਮ ਦੇ ਵਿੱਚ ਹੀ ਪਰਮੇਸ਼ਵਰ ਵਿੱਚ ਲੀਨ ਹੋ ਗਿਆ। ਆਖੋ ਸਤਿਨਾਮ। ਸ਼ਹੀਦ ਹੋ ਗਏ। ਸਾਡੀ ਅਵਸਥਾ ਤੇ ਕੋਈ ਫਰਕ ਨਹੀਂ। ਤੇ ਚਾਚਾ ਸੋਢੀ ਕੋਲ ਰਹੇ, ਕਹਿੰਦਾ ਜੀ ਪੁੱਤਰਾਂ ਦੀ ਗੱਲ ਹੋਰ ਹੈ ਤੇ ਮਿੱਟੀ ਦੀਆਂ ਲਾਈਨਾਂ। ਤੇ ਮਹਾਰਾਜ ਕਹਿਣ ਲੱਗੇ ਸੋਢੀ ਕੋਲ ਰਹੇ ਜੀ ਹੈ ਤੇ ਆ ਵੀ ਮਿੱਟੀ ਹੋਈ। ਆਖੋ ਸਤਿਨਾਮ। ਇਹ ਵੀ 4 ਲਾਈਨਾਂ ਦਿਖ ਰਹੀਆਂ ਮਿੱਟੀ ਦੇ ਵਿੱਚੋਂ ਬਣੀਆਂ ਤੇ ਮਿੱਟੀ ਵਿੱਚ ਹੀ ਸਮਾ ਜਾਂਦੀਆਂ। ਕਹਿੰਦੇ ਖੈਰ, ਕਹਿੰਦੇ 4 ਪੁੱਤ ਤਾਂ ਦਾਦੇ ਦੀ ਗੋਦ ਵਿੱਚ ਬੈਠੇ ਹੋਏ ਨੇ। ਆਖੋ ਸਤਿਨਾਮ। ਅਸੀਂ ਉਦੋਂ ਵੀ ਆਨੰਦ ਵਿੱਚ ਸੀ ਤੇ ਅਸੀਂ ਅੱਜ ਵੀ ਆਨੰਦ ਵਿੱਚ। ਆਖੋ ਸਤਿਨਾਮ। ਸਤ ਸੰਗਤ ਜੀ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ, ਹੁਕਮ ਰਜਾਈ ਚੱਲਣਾ ਜੋ ਕਰੇ ਚੰਗੇਰਾ। ਕਹਿੰਦੇ ਰੋਜ਼ ਪੜ੍ਹਦੇ ਆ ਹੁਕਮ ਰਜਾਈ ਚੱਲਣਾ ਤੇ ਜੋ ਮਾਲਕ ਕਰਦਾ ਵਾ ਉਹ ਚੰਗਾ ਹੈ। ਕਹਿੰਦੇ ਪੰਥ ਵਸੇ ਮੈਂ ਉਜੜਾ ਮਨ ਚਾਓ ਹਨੇਰਾ, ਵਾਹੋ ਵਾਹੋ ਗੋਬਿੰਦ ਸਿੰਘ ਧੰਨ ਤੇਰਾ ਜੀਰਾ। ਸਤਿਗੁਰੂ ਧੰਨ ਹੈ ਤੁਹਾਡਾ ਜਿਗਰਾ। ਆਖੋ ਸਤਿਨਾਮ। ਜਦੋਂ ਸਾਧ ਸੰਗਤ ਜੀ ਬਾਬਾ ਜੁਝਾਰ ਸਿੰਘ ਜੀ ਸ਼ਹੀਦ ਹੋਏ ਨਾ ਤੇ ਮਹਾਰਾਜ ਸਾਹਿਬ ਤਨ ਤੇ ਸ਼ਸਤਰ ਸਜਾਉਣ ਲੱਗ ਗਏ। ਆਖੋ ਵਾਹਿਗੁਰੂ। ਤੇ ਭਾਈ ਸੰਧਿਆ ਦਾ ਸਮਾਂ ਤਕਰੀਬਨ ਹੋ ਚੁੱਕਿਆ ਸੀ। ਭਾਈ ਦਇਆ ਸਿੰਘ ਕਹਿੰਦੇ ਪਾਤਸ਼ਾਹ ਕੀ ਕਰਨ ਲੱਗੇ ਹੋ? ਕਹਿਣ ਲੱਗੇ ਮੇਰਾ ਵੀ ਜੀ ਕਰਦਾ ਹੈ ਜਿੱਥੇ ਮੇਰੇ ਜਾਨਾਂ ਤੋਂ ਪ੍ਰਾਨਾਂ ਤੋਂ ਪਿਆਰੇ ਪੁੱਤ ਇੱਥੇ ਸੁੱਤੇ ਪਏ ਆ, ਮੈਂ ਵੀ ਇਸ ਕਰਬਲਾ ਦੀ ਭੂਮੀ ਦੇ ਵਿੱਚ ਜਾ ਕੇ ਆਪਣਾ ਆਪ ਵਾਰਦਿਆਂ ਕੁਰਬਾਨ ਕਰਦਿਆਂ ਸ਼ਹੀਦ ਹੋ ਜਾਵਾਂ। ਕੋ ਸਤਿਨਾਮ। ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਤੁਸੀਂ ਨਹੀਂ ਜਾ ਸਕਦੇ। ਤੇ ਮਹਾਰਾਜ ਕਹਿਣ ਲੱਗੇ ਵੀ ਨਹੀਂ। ਕਹਿੰਦੇ ਤੁਸੀਂ ਬੇਨਤੀ ਇਹ ਗੜੀ ਛੱਡ ਕੇ ਚਲੇ ਜਾਓ। ਮਹਾਰਾਜ ਕਹਿੰਦੇ ਆ ਜਿੱਥੇ ਮੇਰੇ ਜਾਨਾਂ ਤੋਂ ਪ੍ਰਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋਏ ਐ, ਦਇਆ ਸਿੰਘ ਜੀ ਮੈਂ ਇਹ ਜਗ੍ਹਾ ਛੱਡ ਕੇ ਕਿਵੇਂ ਜਾ ਸਕਦਾ? ਕੋ ਸਤਿਨਾਮ। ਜਦੋਂ ਦਇਆ ਸਿੰਘ ਜੀ ਨੇ ਵੇਖਿਆ ਨਾ ਵੀ ਮਹਾਰਾਜ ਜੀ ਦਾ ਫੈਸਲਾ ਅਟਲ ਹੈ, ਤਾਂ ਫਿਰ 5 ਸਿੱਖਾਂ ਨੇ ਜਾ ਕੇ ਗੁਰਮਤਾ ਕੀਤਾ ਕਿ ਮਹਾਰਾਜ ਸਾਹਿਬ ਨੇ ਐਵੇਂ ਨਹੀਂ ਮੰਨਣਾ।
ਹੁਣ ਜੁਗਤੀ ਵਰਤਣੀ ਪੈਗੀ। ਮਹਾਰਾਜ ਨੇ ਕਿਹਾ ਖਾਲਸਾ ਮੇਰੋ ਸਤਿਗੁਰ ਪੂਰਾ ਇਨ ਪੰਚੋ ਮੈਂ ਮੇਰੋ ਬਾਸਾ ਪੂਰੀ ਕਰੋ ਧਰੋ ਜਹ ਆਸਾ। ਤਾਂ ਫਿਰ ਪੰਜ ਸਿੱਖ ਗੁਰਮਤਾ ਕਰਕੇ ਮਹਾਰਾਜ ਸਾਹਿਬ ਜੀ ਨੂੰ ਬਚਨ ਕਰਦੇ ਆ, ਬੇਨਤੀ ਰੂਪ ਹੁਕਮ ਕਰਦੇ ਆ, ਮਹਾਰਾਜ ਜੀ ਤੁਸੀਂ ਫੇਰ ਪੰਥ ਸਾਜ ਸਕਦੇ ਹੋ, ਸਿੰਘ ਇਕੱਠੇ ਕਰ ਸਕਦੇ ਹੋ, ਮੋਇਆਂ ਦੇ ਵਿੱਚ ਜਾਨਾਂ ਪਾ ਸਕਦੇ ਹੋ, ਪਰ ਸਾਰਾ ਪੰਥ ਮਿਲ ਕੇ ਗੁਰੂ ਗੋਬਿੰਦ ਸਿੰਘ ਨਹੀਂ ਬਣਾ ਸਕਦਾ। ਆਖੋ ਵਾਹਿਗੁਰੂ। ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਹੈ, ਆਪ ਜੀ ਅੱਜ ਰਾਤ ਨੂੰ ਇਹ ਗੜੀ ਛੱਡ ਕੇ ਚਲੇ ਜਾਓ। ਆਖੋ ਸਤਿਨਾਮ। ਫਿਰ ਕਹਿਣ ਲੱਗੇ ਖਾਲਸਾ ਜੀ ਮੈਂ ਕਿਵੇਂ ਜਾਵਾਂ? ਤਾਂ ਫਿਰ ਕਿਹਾ ਜੀ ਇਹ ਖਾਲਸੇ ਦਾ ਆਪ ਜੀ ਨੂੰ ਬੇਨਤੀ ਰੂਪ ਹੁਕਮ ਹੈ ਕਿ ਅੱਜ ਰਾਤ ਨੂੰ ਆਪ ਜੀ ਨੇ ਗੜੀ ਛੱਡ ਕੇ ਚਲੇ ਜਾਣਾ। ਆਖੋ ਸਤਿਨਾਮ। ਤੇ ਮਹਾਰਾਜ ਕਹਿੰਦੇ ਨੇ ਫਿਰ ਤੁਹਾਡਾ ਹੁਕਮ ਸਿਰ ਮੱਥੇ, ਪਰ ਮੈਂ ਕਾਇਰਾਂ ਵਾਂਗ ਨਹੀਂ ਜਾਣਾ। ਆਖੋ ਮੈਂ ਬੁਝਦਿਲਾ ਵਾਂਗ ਨਹੀਂ ਜਾਣਾ। ਆਖੋ ਸਤਿਨਾਮ। ਨਗਾਰੇ ਉੱਤੇ ਚੋਟਾਂ ਪੈਣਗੀਆਂ ਤੇ ਤਾੜੀ ਮਾਰ ਕੇ ਪੀਰੇ ਹਿੰਦ ਰਬਦ ਮੈਂ ਇਹਨਾਂ ਨੂੰ ਇਹ ਦੱਸ ਕੇ ਜਾਣਾ ਵੀ ਮੈਂ ਚੱਲਿਆ, ਐ ਨਾ ਕਹਿ ਦੇਣ ਚੋਰੀ ਚਲੇ ਗਏ। ਆਖੋ ਸਤਿਨਾਮ। ਸਤ ਸੰਗਤ ਜੀ ਫਿਰ ਰਾਤ ਹੋਈ, ਉਸੇ ਸ਼ਾਮ ਨੂੰ ਪਹਿਲਾਂ ਬਹਿ ਕੇ ਸੋਦਰ ਰਹਿਰਾਸ ਸਾਹਿਬ ਦਾ ਜਾਪ ਕੀਤਾ। ਆਖੋ ਸਤਿਨਾਮ। ਰਹਿਰਾਸ ਸਾਹਿਬ ਦਾ ਜਾਪ ਕੀਤਾ। ਅੱਜ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਐ, ਜਾਨਾਂ ਤੋਂ ਪ੍ਰਾਨਾਂ ਤੋਂ ਪਿਆਰੇ ਸਿੰਘ ਸ਼ਹੀਦ ਹੋ ਚੁੱਕੇ ਐ। ਅਰਦਾਸ ਕੀ ਕੀਤੀ? ਮਹਾਰਾਜ ਜੀ ਦਿਨ ਬੜੇ ਸੁਖ ਆਨੰਦ ਨਾਲ ਬਤੀਤ ਹੋਇਆ। ਆਖੋ ਵਾਹਿਗੁਰੂ। ਪਰਮੇਸ਼ਵਰ ਜੀ ਦਿਨ ਬੜੇ ਸੁਖ ਆਨੰਦ ਨਾਲ ਬਤੀਤ ਹੋਇਆ, ਰਹਿਣ ਆਈ ਆ ਆਪ ਜੀ ਦੀ ਯਾਦ ਵਿੱਚ, ਆਪ ਜੀ ਦੀ ਰਜ਼ਾ ਦੇ ਵਿੱਚ ਬਤੀਤ ਹੋ ਜਾਏ। ਆਖੋ ਸਤਿਨਾਮ। ਸਤ ਸੰਗਤ ਜੀ ਰਾਤ ਨੂੰ ਫਿਰ ਮਹਾਰਾਜ ਸਾਹਿਬ ਇੱਥੇ ਜਿਹੜਾ ਮੈਂ ਸ਼ਬਦ ਵਰਤਿਆ ਨਾ ਨਗਾਰਾ। ਆਖੋ ਸਤਿਨਾਮ। ਸਤ ਸੰਗਤ ਜੀ ਇਹ ਮਹਾਰਾਜ ਦੀ ਉਸ ਸਮੇਂ ਆਵਾਜ਼ ਹੀ ਇਸ ਤਰ੍ਹਾਂ ਸੀ ਵੀ ਮਾਨੋ ਖੰਡ ਬ੍ਰਹਿਮੰਡ ਗੂੰਜ ਗਏ। ਆਖੋ ਵਾਹਿਗੁਰੂ। ਹੋਰ ਉੱਥੇ ਉਸ ਸਮੇਂ ਰਣਜੀਤ ਨਗਾਰਾ ਤੇ ਹੈ ਨਹੀਂ ਸੀ। ਆਖੋ ਸਤਿਨਾਮ। ਉਹ ਆਵਾਜ਼ ਹੀ ਇਸ ਤਰ੍ਹਾਂ ਸੀ, ਉਹ ਗਰਜ ਹੀ ਇਸ ਤਰ੍ਹਾਂ ਸੀ ਕਿ ਦਿਲ ਦਹਿਲ ਗਏ ਇਹਨਾਂ ਦੇ ਵੀ ਇਹ ਕੀ ਹੋ ਗਿਆ। ਅੱਧੀ ਰਾਤ ਜਦੋਂ ਤਾੜੀ ਮਾਰੀ ਪੀਰੇ ਹਿੰਦ ਰਬਦ, ਉੱਥੇ ਗੁਰਦੁਆਰਾ ਤਾੜੀ ਸਾਹਿਬ ਬਣਿਆ ਹੋਇਆ, ਕੀਤੇ ਕਦੇ ਦਰਸ਼ਨ। ਹੱਕ ਸਤਿਨਾਮ। ਗੁਰਦੁਆਰਾ ਤਾੜੀ ਸਾਹਿਬ 3 ਵਾਰ ਐ ਤਾੜੀ ਮਾਰੀ ਤੇ ਮਹਾਰਾਜ ਨੇ ਉੱਚੀ ਆਵਾਜ਼ ਚ ਕਿਹਾ ਪੀਰੇ ਹਿੰਦ ਰਬਦ। ਹਿੰਦ ਦਾ ਪੀਰ ਚੱਲਿਆ। ਆਖੋ ਸਤਿਨਾਮ। ਫਿਰ ਤਾੜੀ ਪੀਰੇ ਹਿੰਦ ਰਬਦ। ਕਹਿੰਦੇ ਅੱਧੀ ਰਾਤ ਇੱਕਦਮ ਐਸੀ ਹਫੜਾ ਦਫੜੀ ਮਚੀ ਹੈ, ਆਪਸ ਦੇ ਵਿੱਚ ਹੀ ਮੁਗਲ ਲੜਨ ਲੱਗ ਪਿਆ। ਆਖੋ ਸਤਿਨਾਮ। ਸਤ ਸੰਗਤ ਜੀ ਤੇ ਕਹਿਣ ਲੱਗੇ ਮੈਨੂੰ ਅੱਜ 3 ਚੀਜ਼ਾਂ ਨਾਲ ਚਾਹੀਦੀਆਂ ਨੇ, ਦਇਆ, ਧਰਮ ਤੇ ਮਾਣ। ਜੇ ਅੱਜ ਮੈਂ ਪੁੱਤ ਸ਼ਹੀਦ ਕਰਵਾ ਕੇ ਚੱਲਿਆ, ਸਿੰਘ ਵਾਰ ਕੇ ਚੱਲਿਆ, ਅੱਜ ਵੀ ਮੇਰੇ ਵਿੱਚ ਦਇਆ ਹੈ। ਆਖੋ ਸਤਿਨਾਮ। ਜੇ ਅੱਜ ਅੱਖਾਂ ਸਾਹਮਣੇ ਸਭ ਕੁਝ ਸ਼ਹੀਦ ਹੋ ਗਿਆ, ਅੱਜ ਵੀ ਧਰਮ ਮੇਰੇ ਨਾਲ ਹੈ, ਅੱਜ ਮੈਂ ਰੱਬ ਨੂੰ ਉਲਾਮੇ ਨਹੀਂ ਦਿੱਤੇ। ਆਖੋ ਸਤਿਨਾਮ। ਸ੍ਰੀ ਵਾਹਿਗੁਰੂ। ਆਪਾਂ ਆਪਣੀ ਜ਼ਿੰਦਗੀ ਚ ਮਾੜੀ ਜੀ ਕੋਈ ਘਟਨਾ ਹੋ ਜੇ ਨਾ ਤੇ ਆਪਾਂ ਨਿਤਨੇਮ ਵੀ ਭੁੱਲ ਜਾਂਦੇ ਆ। ਮੇਰਾ ਜੀ ਨਿਤਨੇਮ ਕਰਨ ਨੂੰ ਜੀ ਨਹੀਂ ਕਰਦਾ, ਸਾਡੇ ਨਾਲ ਹੀ ਐਵੇਂ ਕਿਉਂ ਹੋਇਆ। ਆਖੋ ਵਾਹਿਗੁਰੂ। ਸਾਧ ਸੰਗਤ ਆ ਪਿੱਛੇ ਇੱਕ ਦੀਵਾਨ ਵਿੱਚ ਕਿਤੇ ਬੇਨਤੀ ਕੀਤੀ ਸੀ ਵੀ ਜਿਹੜੀਆਂ ਚੀਜ਼ਾਂ ਆਪਾਂ ਰੱਬ ਕੋਲੋਂ ਮੰਗਦੇ ਆ, ਸਤਿਗੁਰੂ ਅੱਗੇ ਆ ਕੇ ਮੰਗਦੇ, ਕਿਤੇ ਪੁਰਾਣੇ ਸਿੱਖ ਵੀ ਐਵੇਂ ਮੰਗਦੇ ਹੁੰਦੇ ਸੀ। ਆਖੋ ਵਾਹਿਗੁਰੂ। ਪੁਰਾਣੇ ਸਿੱਖ ਮੰਗਦੇ ਸੀ ਸਿੱਖੀ ਬਖਸ਼ਿਓ ਮਹਾਰਾਜ, ਸਿੱਖੀ ਬਖਸ਼ਿਓ। ਆ ਮੰਗਿਆ ਕਰੋ ਭਾਈ, ਭਾਵੇਂ ਇਹਦੇ ਸਿਰਾਂ ਤੇ ਕੇਸ ਨਹੀਂ ਹੈ ਨਾ ਜੇ, ਤਾਂ ਵੀ ਸਿੱਖੀ ਮੰਗਿਆ ਕਰੋ। ਆਖੋ ਵਾਹਿਗੁਰੂ। ਪਾਤਸ਼ਾਹ ਆ ਜਿਹੜਾ ਸਾਡਾ ਮਨ ਕਾਲਾ ਸਿਆਹ ਹੋਇਆ ਨਾ, ਕਿਤੇ ਇਹ ਮਨ ਦੇ ਅੰਦਰ, ਇਹ ਮਨ ਅੰਦਰੋਂ ਰੋਪ ਹੈ, ਇਹਦੇ ਵਿੱਚ ਤੇਰਾ ਬੈਰਾਗ ਪੈਦਾ ਹੋ ਜੇ। ਆਖੋ ਸਤਿਨਾਮ। ਇਹ ਮਨ ਸਿੱਖ ਬਣ ਜਾਏ। ਇਹ ਮਹਾਰਾਜ ਤੋਂ ਸਿੱਖੀ ਮੰਗਿਆ ਕਰੋ। ਪਤਾ ਨਹੀਂ ਆਪਾਂ ਕੀ ਕੁਝ ਮੰਗ ਕੇ ਮੁੜ ਜੰਨੇ ਆ, ਸਿੱਖੀ ਮੰਗਦੇ ਹੀ ਨਹੀਂ। ਆਖੋ ਸਤਿਨਾਮ। ਦੀਵਾਨ ਚ ਉਦਨ ਬੇਨਤੀ ਕੀਤੀ ਸੀ ਕਿ ਜਿਹੜੇ 2 ਪਹਿਰੇ ਅਰਦਾਸ ਵਿੱਚ ਆਉਂਦੇ ਆ ਨਾ, ਉਹ ਖਾਲਸੇ ਦੀ ਅਰਦਾਸ ਹੈ। ਪਹਿਲਾਂ ਤੇ ਆਪਾਂ ਸ਼ਹੀਦਾਂ ਸਿੰਘਾਂ ਨੂੰ, 5 ਪਿਆਰਿਆਂ ਨੂੰ, 4 ਸਾਹਿਬਜ਼ਾਦਿਆਂ ਨੂੰ ਚੇਤੇ ਕਰਦੇ ਹਾਂ, 5 ਤਖਤਾਂ ਨੂੰ, ਸਰਬੱਤ ਗੁਰਦੁਆਰਾ ਸਾਹਿਬ ਨੂੰ ਚੇਤੇ ਕਰਦੇ ਹਾਂ। ਤੇ ਫਿਰ ਜਦੋਂ ਕਹਿੰਦੇ ਆ ਨਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤੇ ਆਵੇ। ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ।
जहां जहां खालसा जी साहिब तहां तहां रचिया रियायत देग देग फतेह बिरद की पैज पंथ की जीत श्री साहिब जी सहाय खालसा जी के बोल बाले बोलना जी। ये अपनी अरदास है। फिर अगे कहने ना बख्शो जी सिक्खी दान केस दान रहत दान विवेक दान वसाह दान भरोसा दान दाना सिर दान। बोलियो जी दाना सिर दान। ते नाम ते आपां जपदे ही नहीं, आखो सतनाम। महाराज कहते जिहड़ा सिरे दा दान है, जे नाम जपांगे ते सिੱਖੀ भी रहूगी, केस भी रहणगे, विवेक बुद्ध भी होगी, वसा भी आऊगा, भरोसा भी आऊगा। जे नाम नहीं ते फिर कुछ भी नहीं, आखो सतनाम। दाना सिर दान नाम दान। ते श्री अमृतसर साहिब जी के दर्शन इशनान चौकियां झंडे बुंगे जुगो जुग अटल धर्म का जयकार खालसा जी के बोल बाले बोलना जी। जदों आपां ये अरदास कर लईए ना, इदों बाद कुछ मंगण वाला रह ही नहीं जाता, आखो सतनाम। बाबा अतर सिंह साहब कहंदे हुंदे सी अरदास बेनती दे शब्द बड़े संखेप होने चाहिए ने, आखो वाहिगुरू। जदों आपां किसी कोल पैसे मंगण जाने आ किन्ना क बोलिया जांदा, किते आखो वाहिगुरू बोलिया जांदा बड़ा, आखो सतनाम। ते महाराज कोलों मंगण आए आ ते फिर ज्यों आपां लगदे आ बोलण अमृत वेला बख्शियो जी, ते पहले ही कह रहे हुंदे आ मैनूं सवेरे उठाई ना, आखो सतनाम। नाले अरदास करदे आ भी अमृत वेला बख्शियो। अरदास करके भी मन कह रहा हुंदा भी नहीं उठना नहीं, पर आखो सतनाम। सत संगत जी इत्थे सिख सारा कुछ ही मंग लैंदा। अरदास कीती दिन सुख आनंद नाल बतीत होया, रहन आई है महाराज तेरे हुक्म विच लंघ जाए। तां संगत जी हुण महाराज साहब जी जदों तुरना है उस तरह जिवें पहला बेनती कीती, कहन लगे भी दया धर्म ते मान, भाई दया सिंह भाई धर्म सिंह भाई मान सिंह उन्हां नूं कहन लगे ओ ध्रुव तारे दी सेध दे विच तुरे आए हो, अगे मैं मिल जांगा, आखो सतनाम। हुण जदों तुरदे ने ना, अज नीला नाल नहीं, आखो सतनाम। घोड़ा नहीं है, आखो वाहिगुरू। ते महाराज ने चलन लग्या जिहड़ा कलगी जिगा सी ना, वो भाई संगत सिंह जी नूं बख्श दिता। अपनी जिहड़ी वो पोशाक सी बाणा सी, वो भाई संगत सिंह साहब नूं बख्श दित्ती। ते सतगुरु जी ने जदों अपने हत्थी सिखां ने उन्होंने मस्तक नाल लाया, ते हुण किसी दी हिम्मत ना पए। जदों महाराज ने कहा ना संगत सियां कलगी सजा लिया, आखो वाहिगुरू, ओदी हिम्मत ना पवे भी महाराज साहब दी कलगी जिहड़ी हस्त विच हत्थां विच फड़ी होई आ, ओनू अपने हत्थी किवें अपने मत्थे ते लाए, आखो सतनाम, दमाले ते लाए। ते महाराज साहब जी ने ना जी फिर ओ कलगी फड़ी ते अपने हत्थी ऐ संगत सिंह दे सजा के खुश हो के सीने नाल ला के कहन लगे संगत सिंह तू ते मेरा ही रूप लगन लग गया, आखो सतनाम। संगत सिया तू ते मेरे वर्गा ही लगी जाना, कोई फर्क ही नहीं लगता, आखो सतनाम। तां साध संगत जी सतगुरु जी ने वो कीमती पोशाक भी बख्श दित्ती, कलगी भी बख्श दित्ती। हुण जदों तुरन लगे ना, जिहड़ा पैरां दे विच जोड़ा पाया सी, वो सिखो सुनियो ध्यान नाल, आखो वाहिगुरू। मैं रोज सोचदा भी मैं रोज बेनती करदा, कोई गुस्सा ही ना करे। वेखो मेरा कहना फर्ज है, आखो वाहिगुरू। मेरे गुरु ने मैनू ये ड्यूटी बख्शी है, ना मैनू तुहाडे तो कोई लालच है, ना मैं कुछ लेना, आखो सतनाम। तां साध संगत जी जोड़ा क्यों लाया? क्योंकि ਸਿੰਘਾਂ ਦੇ युद्ध करदियां होया दमाले खुल गए सन, किते किसे ਸਿੰਘ ਦੇ ਕੇਸਾਂ ਨੂੰ जोड़ा ना लग जाए, आखो सतनाम। किते किसे ਸਿੰਘ ਦੇ ਕੇਸਾਂ ਨੂੰ जोड़ा ना लग जाए। ते खिमा करियो जेड़े केस आपां नाई दे डस्टबिन च सट्टी आउने आ जा जा के, आखो सतनाम। महाराज ने कहा किसे ਸਿੰਘ ਦੇ ਕੇਸਾਂ ਨੂੰ जोड़ा ना लग जाए, उथे जोड़ा लाता। पता सी कंडियाले रावां तो कंडियां तो तुर तुर के जाना, आखो सतनाम। पता सी इस गल दा। महाराज जी पाली दे जोड़ा, कहंदे नहीं जोड़ा नहीं किसी ਸਿੰਘ ਦੇ ਕੇਸਾਂ ਨੂੰ ना लग जाए। इन्ना केसां दा सत्कार पातशाह ने कीता, आखो सतनाम। साध संगत जी सतगुरु जी फिर अद्धी रात नूं जांदे ने। और बड़ा समा पहला पढ़िया सी, पढ़ के वेखदे
मेरा माही पिया जावे, नाही बाज नाही घोड़ा। 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 माही पिया जावे, नाही बाज नाही घोड़ा। मेरा 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 माही पिया जावे, नाही बाज नाही घोड़ा। नाही कलगी शीस ते, नाही कलगी शीस ते, नाही पैरां विच जोड़ा। मेरा माही पिया जावे, नाही बाज नाही घोड़ा। मेरा माही पिया जावे, नाही बाज नाही घोड़ा। माही पिया जावे, नाही बाज नाही घोड़ा। मेरा माही पिया जावे, मेरा माही पिया जावे, नाही बाज नाही घोड़ा। मेरा माही पिया जावे, नाही बाज नाही घोड़ा। ਕਹਿੰਦੇ ਅੱਜ ਬਾਜ ਨਹੀਂ, ਅੱਜ ਘੋੜਾ ਨਹੀਂ, ਅੱਜ ਕਲਗੀ ਤੋੜਾ ਵੀ ਨਹੀਂ, ਆਖੋ ਸਤਨਾਮ। ਤੇ ਪੈਰਾਂ ਵਿੱਚ ਜੋੜਾ ਵੀ ਨਹੀਂ, ਆਖੋ ਵਾਹਿਗੁਰੂ। ਸਤ ਸੰਗਤ ਜੀ, ਮਹਾਰਾਜ ਜਦੋਂ ਤੁਰੇ ਜਾਂਦੇ ਨੇ ਨਾ ਤੇ ਕਵੀਆਂ ਨੇ ਬੜੇ ਇੱਥੇ ਚਿੱਤਰ ਖਿੱਚੇ। ਕਹਿਣ ਲੱਗੇ ਇੱਕਦਮ ਬਿਜਲੀ ਚਮੱਕੇ ਮਾਰਦੀ, ਆਖੋ ਸਤਨਾਮ। ਤੇ ਕੀ ਹੋਇਆ? ਬਾਬਾ ਅਜੀਤ ਸਿੰਘ ਸਾਹਿਬ ਜੀ ਦੇ ਨੂਰਾਨੀ ਮੁਖੜੇ ਦੇ ਦਰਸ਼ਨ ਹੋਏ, ਆਖੋ ਵਾਹਿਗੁਰੂ। ਤੇ ਭਾਈ ਦਇਆ ਸਿੰਘ ਸਾਹਿਬ ਤੋਂ ਬੋਲਤਾ ਨਹੀਂ ਹੁੰਦਾ, ਤਾਂ ਮਹਾਰਾਜ ਜੀ ਨੂੰ ਐ ਫੜ ਕੇ ਐ ਖਿੱਚਦੇ ਆ ਮਾੜਾ ਜਿਹਾ। ਤੇ ਮਹਾਰਾਜ ਨੇ ਪਿੱਛੇ ਮੁੜ ਕੇ ਵੇਖਿਆ। ਦਇਆ ਸਿੰਘ ਕੀ ਹੋਇਆ? ਕਹਿਣ ਲੱਗੇ ਸੱਚੇ ਪਾਤਸ਼ਾਹ, ਕਹਿਣ ਲੱਗੇ ਵੀ ਕਿੰਨਾ ਵੀ ਕੋਈ ਗਰੀਬ ਤੋਂ ਗਰੀਬ ਮਾਂ ਪਿਓ ਹੋਏ, ਉਹ ਕਫਨ ਤੇ ਦਿੰਦੇ ਹੀ ਆ ਨਾ ਬੱਚਿਆਂ ਨੂੰ, ਆਖੋ ਵਾਹਿਗੁਰੂ। ਤੇ ਪਾਤਸ਼ਾਹ ਮੇਰਾ ਜੀ ਕਰਦਾ ਅੱਜ ਤੁਰੇ ਜਾਂਦੇ ਕੋਈ 2 ਗਜ ਕੱਪੜਾ ਬਾਬਾ ਅਜੀਤ ਸਿੰਘ ਤੇ ਪਾ ਦਈਏ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਹਾਰਾਜ ਕਹਿੰਦੇ ਇੰਨਾ ਕੱਪੜਾ ਹੈ ਨਹੀਂ, ਆਪ ਜੀ ਹੁਕਮ ਕਰੋ, ਮੈਂ ਆਪਣਾ ਕਮਰ ਕੱਸਾ ਖੋਲ ਕੇ ਪਾ ਦੇਣਾ, ਆਖੋ ਸਤਿਨਾਮ। ਕਹਿਣ ਲੱਗੇ ਦਇਆ ਸਿੰਘ ਇੰਨਾ ਕੱਪੜਾ ਹੈਗਾ, ਆ ਵੇਖ ਆਲਮ ਸਿੰਘ ਵੀ ਹੈ, ਹੋਰ ਸਿੰਘ ਨੇ, ਸਾਰਿਆਂ ਦੇ ਅੱਜ ਤਨ ਢੱਕ ਲੇਗਾ। ਮਹਾਰਾਜ ਮੇਰਾ ਚਿੱਤ ਕਰਦਾ ਅੱਧਾ ਕਮਰ ਕੱਸਾ ਬਾਬਾ ਅਜੀਤ ਸਿੰਘ, ਅੱਧਾ ਬਾਬਾ ਜੁਝਾਰ ਸਿੰਘ। ਮਹਾਰਾਜ ਕਹਿੰਦੇ ਨਹੀਂ, ਆਖੋ ਸਤਿਨਾਮ। ਇਹਨਾਂ ਪੁੱਤਰਾਂ ਤੋਂ ਪਿਆਰੇ ਵੀ ਮਾਪਿਆਂ ਦੇ ਨਾਲ ਨੇ, ਬਿਨਾਂ ਤਨਖਾਹੋਂ ਜੋ ਰਹੇ ਮੇਰੇ ਨਾਲ ਨੇ, ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਦਇਆ ਸਿੰਘਾ ਸੰਖੇਪ ਚ ਬੇਨਤੀ ਕਰਕੇ ਅੱਗੇ ਤੁਰੀਏ। ਦਇਆ ਸਿੰਘਾ ਛੱਡ ਇਹਨਾਂ ਮੋਦੀਆਂ ਤੰਦਾਂ ਨੂੰ, ਗਾਹਾਂ ਨੂੰ ਤੱਕ ਸਿੱਖੀ ਦੀਆਂ ਵਾਟਾਂ ਲੰਮੀਆਂ ਨੂੰ, ਆਖੋ ਸਤਿਨਾਮ। ਸਿੱਖੀ ਦੇ ਪੈਂਡੇ, ਸਿੱਖੀ ਦੀਆਂ ਵਾਟਾਂ ਬਹੁਤ ਲੰਮੀਆਂ ਨੇ, ਛੱਡ ਇਹਨਾਂ ਗੱਲਾਂ ਨੂੰ, ਆਖੋ ਸਤਿਨਾਮ। ਕਹਿਣ ਲੱਗੇ ਦਾਤਾ ਜੀ ਪੁੱਤਰਾਂ ਦੇ ਦੁੱਖ ਤੇ ਵਿਛੋੜੇ ਝੱਲੇ ਜਾਣ ਨਾ, ਪੁੱਤਰਾਂ ਦੇ ਬਾਝੋਂ ਚੰਗਾ ਲੱਗਦਾ ਜਹਾਨ ਨਾ। ਪੁੱਤਰਾਂ ਦੇ ਦੁੱਖ ਤੇ ਪੰਛੀ ਵੀ ਨਹੀਂ ਚੱਲਦੇ, ਪੁੱਤਰਾਂ ਦੇ ਦਾਤਾ ਜੀ ਦੁੱਖ ਤਾਂ ਪੰਛੀ ਵੀ ਨਹੀਂ ਚੱਲਦੇ। ਤੁਸੀਂ ਲੱਗਾ ਹੋਇਆ ਦਾਤਾ ਪਿੱਛੇ ਕਿਹੜੀ ਗੱਲ ਦੇ, ਪੁੱਤਰਾਂ ਦੇ ਦੁੱਖ ਤਾਂ ਪੰਖੇਰੂ ਵੀ ਨਹੀਂ ਚੱਲਦੇ। ਇਉਂ ਚਰਨ ਸਿੰਘ ਸਫਰੀ ਜੀ ਨੇ ਲਿਖਿਆ। ਤੇ ਮਹਾਰਾਜ ਸਾਹਿਬ ਕਹਿਣ ਲੱਗੇ ਦਇਆ ਸਿੰਘ ਹੈ ਤੂੰ ਇਹਦੇ ਦਮਾਲੇ ਦਾ ਇੱਕ ਲੜ ਖੋਲ ਕੇ ਇਹਦਾ ਮੁਖ ਢੱਕ ਦੇ, ਆਖੋ ਸਤਿਨਾਮ। ਤੇ ਚੱਲ ਅੱਗੇ ਨੂੰ ਤੁਰ ਗਿਆ, ਆਖੋ ਸਤਿਨਾਮ। ਸਾਧ ਸੰਗਤ ਜੀ ਉੱਥੋਂ ਇਉਂ ਕਰਕੇ ਅੱਗੇ ਤੁਰ ਪਏ। ਉਹ ਸਮਾਂ ਕਿਵੇਂ ਦਾ ਸੀ, ਆਖੋ ਵਾਹਿਗੁਰੂ।
ਜਾਂਦੇ ਜਾਂਦੇ ਰਾਹ ਦੇ ਵਿੱਚ ਪੂਰਨ ਮਸੰਦ ਦਾ ਘਰ ਹੈ। ਮਸੰਦ ਹੈ ਕਹਿ ਲਓ ਵੀ ਜਿਵੇਂ ਅੱਜ ਅਸੀਂ ਕੀਰਤਨੀਏ ਆਖੋ ਵਾਹਿਗੁਰੂ। ਤੋ ਜਦੋਂ ਮਸੰਦ ਪ੍ਰਥਾ ਜਿਹੜੀ ਹੈ ਬਦਨਾਮ ਹੋਈ ਤਾਂ ਫਿਰ ਜਥੇਦਾਰ ਸ਼ਬਦ ਆਇਆ। ਤੋ ਮਸੰਦ ਦਾ ਅਰਥ ਹੁੰਦਾ ਸੀ ਗੁਰੂ ਘਰ ਦੇ ਜਥੇਦਾਰ, ਜਿਹੜੇ ਲੋਕਾਂ ਤੋਂ ਕਾਰ ਭੇਟ ਇਕੱਠੀ ਕਰਦੇ, ਸਿੱਖੀ ਦਾ ਪ੍ਰਚਾਰ ਕਰਦੇ ਤੇ ਮਹਾਰਾਜ ਸਾਹਿਬ ਕੋਲ ਦਸਵੰਧ ਪਹੁੰਚਾਉਂਦੇ। ਇਹ ਪੂਰਨ ਮਸੰਦ ਸੀ। ਇਹਨੇ ਜਦੋਂ ਜਾਣਾ ਇਹਨੇ ਕਹਿਣਾ ਮਹਾਰਾਜ ਕਿਰਪਾ ਕਰਿਓ ਕਦੇ ਆਇਓ ਚਰਨ ਪਾਓ। ਤੇ ਅੱਜ ਜਾਂਦੇ ਜਾਂਦੇ ਮਹਾਰਾਜ ਪੂਰਨ ਮਸੰਦ ਵੱਲ ਹੋ ਗਿਆ ਆਖੋ ਵਾਹਿਗੁਰੂ। ਤੇ ਉਹਦਾ ਨੌਕਰ ਜਿਉਣਾ ਥੱਲੇ ਸੀ, ਰਾਤ ਟਿਕੀ ਹੋਈ ਹੈ। ਜਦੋਂ ਜਿਉਣੇ ਨੇ ਮਹਾਰਾਜ ਨੂੰ ਵੇਖਿਆ ਤੇ ਖਿੜ ਉੱਠਿਆ, ਮੌਲ ਉੱਠਿਆ, ਭੱਜਿਆ ਉੱਤੇ ਨੂੰ। ਪੂਰਨ ਮਸੰਦ ਜੀ ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਆ ਗਏ ਆਖੋ ਵਾਹਿਗੁਰੂ। ਅਨੰਦਪੁਰ ਸਾਹਿਬ ਵਾਲੇ ਸਤਿਗੁਰੂ ਆ ਗਏ ਤੇ ਪੂਰਨ ਮਸੰਦ ਕਹਿੰਦਾ ਤੂੰ ਕਹਿ ਤਾਂ ਨਹੀਂ ਦਿੱਤਾ ਪੂਰਨ ਉੱਤੇ ਹੱਕ ਸਤ, ਤੂੰ ਦੱਸ ਤਾਂ ਨਹੀਂ ਦਿੱਤਾ। ਕਹਿੰਦੇ ਜੀ ਕੀ ਹੋਇਆ? ਕਹਿਣ ਲੱਗਾ ਇੱਥੇ ਕਿੱਥੇ ਆ ਗਿਆ, ਜਾ ਕੇ ਕਹਿ ਦੇ ਪੂਰਨ ਘਰ ਹੈ ਨਹੀਂ ਆਖੋ ਸਤਿਨਾਮ, ਜਾ ਕੇ ਤੋਰ ਦੇ। ਸਾਧ ਸੰਗਤ ਜੀ ਜਦੋਂ ਜਿਉਣਾ ਥੱਲੇ ਆਇਆ ਨਾ ਤੇ ਮਹਾਰਾਜ ਨੂੰ ਆਵਾਜ਼ ਸੁਣ ਗਈ। ਮਹਾਰਾਜ ਅੱਗੇ ਤੁਰ ਪਏ। ਜਿਉਣੇ ਨੇ ਇੱਕ ਟਿੰਡ ਦੇ ਵਿੱਚ ਬਲਦੀ ਹੋਈ ਅੰਗੀਠੀ ਦੇ ਵਿੱਚੋਂ ਕੋਲੇ ਪਾਏ ਛੇਤੀ ਛੇਤੀ ਤੇ ਲੈ ਕੇ ਭੱਜ ਲਿਆ ਆਖੋ ਵਾਹਿਗੁਰੂ। ਕਹਿਣ ਲੱਗਾ ਪਾਤਸ਼ਾਹ ਇਉਂ ਕਰੋ, ਮੇਰੇ ਗਰੀਬ ਕੁਲ ਤੇ ਰਹਿਣ ਵਾਲਾ ਘਰ ਵੀ ਨਹੀਂ ਤੇ ਉੱਥੇ ਚੱਲਦੇ ਆਖੋ ਸਤਿਨਾਮ। ਪਾਤਸ਼ਾਹ ਤੁਸੀਂ ਮਿਹਰ ਦੀ ਨਿਗਾਹ ਕਰੋ, ਆ ਮੇਰੀ ਇੰਨੀ ਬੇਨਤੀ ਪ੍ਰਵਾਨ ਕਰ ਲਓ। ਆ ਜਿਹੜੀ ਤੁਸੀਂ ਬੁੱਕਲ ਮਾਰੀ ਹੋਈ ਹੈ ਨਾ, ਇਹਦੇ ਵਿੱਚ ਅੰਗੀਠੀ ਨੂੰ ਐ ਨਾਲ ਤੁਸੀਂ ਥੋੜਾ ਫੜ ਲਓ ਤੇ ਜਿੰਨੀ ਦੇਰ ਮਹਾਰਾਜ ਜੀ ਇਹ ਸੇਕ ਦਊਗੀ ਸਰੀਰ ਨੂੰ ਨਿੱਘ ਆਊਗਾ, ਮੇਰੀ ਸੇਵਾ ਪ੍ਰਵਾਨ ਕਰ ਲਿਓ ਆਖੋ ਸਤਿਨਾਮ। ਮਹਾਰਾਜ ਨੇ ਉਹ ਉਵੇਂ ਟਿੰਡ ਫੜ ਲਈ ਤੇ ਵੇਖੋ ਜਿਹੜਾ ਪਿਆਰ ਕਰਦਾ ਉਹ ਕੋਲੇ ਠੰਡੇ ਵੀ ਹੋ ਗਏ। ਸੀਤ ਵਿੱਚ ਤੁਹਾਨੂੰ ਪਤਾ ਹੀ ਹੈ ਕਿੰਨੀ ਕੁ ਦੇਰ ਚੱਲਦੇ ਆ ਆਖੋ ਸਤਿਨਾਮ। ਮਹਾਰਾਜ ਨੇ ਟਿੰਡ ਨਹੀਂ ਛੱਡੀ, ਉਵੇਂ ਹੀ ਨਾਲ ਫੜੀ ਰੱਖੀ। ਸਨੇ ਸਨੇ ਚੱਲਦੇ ਚੱਲਦੇ ਮਹਾਰਾਜ ਜੀ ਮਾਛੀਵਾੜਾ ਸਾਹਿਬ ਦੇ ਜੰਗਲਾਂ ਵਿੱਚ ਪਹੁੰਚ ਗਏ ਆਖੋ ਸਤਿਨਾਮ। ਤੇ ਉਹੀ ਟਿੰਡ ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਜੀ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌ ਗਿਆ ਸਾਰਾ ਪਰਿਵਾਰ ਬਾਰ ਕੇ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌ ਗਿਆ ਸਾਰਾ ਪਰਿਵਾਰ ਬਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਰਾਣਾ ਲੈ ਕੇ ਸੌ ਗਿਆ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਸਾਰੇ ਗੁਰੂ ਕਿਰਪਾ। ਮਾਹੀ ਟਿੰਡ ਦਾ ਸਰਾਣਾ ਲਾ ਕੇ ਸੌ ਗਿਆ ਸਾਰਾ ਪਰਿਵਾਰ ਬਾਰ ਕੇ। ਸਾਰਾ ਸਾਰਾ ਜੀ ਪਰਿਵਾਰ ਵਾਰ ਕੇ। ਸਾਰਾ ਸਾਰਾ ਜੀ ਪਰਿਵਾਰ ਵਾਰ ਕੇ। ਸਾਰਾ ਸਾਰਾ ਜੀ ਪਰਿਵਾਰ ਬਾਰ ਕੇ। ਵਾਰ ਵਾਰ ਕੇ। ਸਾਰਾ ਸਾਰਾ ਜੀ ਪਰਿਵਾਰ ਵਾਰ ਕੇ। ਸਾਰਾ ਸਾਰਾ ਜੀ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸਰਾਣਾ ਲੈ ਕੇ ਸੌ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸਾਰਾ ਪਰਿਵਾਰ ਵਾਰ ਕੇ। ਮਾਹੀ ਟਿੰਡ ਦਾ ਸਰਾਣਾ ਲੈ ਕੇ ਸੌ ਗਿਆ ਸਾਰਾ ਪਰਿਵਾਰ ਵਾਰ ਕੇ।
सारा परिवार वार के माही माही टंगी सासराना लाके सांगया सारा परिवार वार के ਕਹਿੰਦੇ ਸਾਰਾ ਪਰਿਵਾਰ ਵਾਰ ਕੇ ਮਹਾਰਾਜ ਉੱਤੇ ਆਰਾਮ ਵਿੱਚ ਹੋ ਗਿਆ ਖੁਸ਼ਖਤਮਾ। ਸ੍ਰੀ ਵਾਹਿਗੁਰੂ। ਦਿਨ ਚੜ੍ਹਦਾ ਤੇ ਮਹਾਰਾਜ ਸਾਹਿਬ ਜੀ ਨੇ ਜਿਹੜੀ ਤੇਗ ਹੈ ਨਾ ਉਹ ਸਾਧ ਸੰਗਤ ਆਪਣੇ ਸੀਨੇ ਨਾਲ ਲਾਈ ਹੋਈ। ਆਖੋ ਵਾਹਿਗੁਰੂ। ਉਹ ਸੁਣਿਆ ਨਾ ਚਰਨ ਸਿੰਘ ਸਫਰੀ ਨੇ ਲਿਖਿਆ, ਸੀਨੇ ਨਾਲ ਤੇਗ ਲਾ ਲਈ ਜਦੋਂ ਯਾਦ ਪੁੱਤਰਾਂ ਦੀ ਆਈ, ਚੰਨ ਮਾਤਾ ਗੁਜਰੀ ਦਾ ਸੁੱਤਾ ਕੰਡਿਆਂ ਦੀ ਸੇਜ ਵਿਛਾਈ। ਆਖੋ ਵਾਹਿਗੁਰੂ। ਕੰਡਿਆਂ ਦੀ ਸੇਜਾ ਉੱਤੇ ਪਏ ਹੋਏ ਜਦੋਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਮਾਨ ਸਿੰਘ ਉਸ ਜੂ ਵਿੱਚ ਆਏ ਨਾ ਤੇ ਕਹਿਣ ਲੱਗੇ ਮਹਿਕ ਆ ਰਹੀ ਹੈ ਮਾਨੋ ਚੰਦਨ ਇਸੇ ਜੰਗਲ ਵਿੱਚ। ਆਖੋ ਵਾਹਿਗੁਰੂ। ਤੁਮ ਚੰਦਨ ਹਮ ਰਿੰਡ ਬਾਪੇ। ਉਹ ਸਤਿਗੁਰੂ ਚੰਦਨ ਰੂਪੀ ਸਤਿਗੁਰੂ ਆ ਨਾ, ਉਹ ਇਸੇ ਜੰਗਲ ਵਿੱਚ ਆ, ਮਹਿਕ ਆ ਰਹੀ। ਇਹ ਔਰਾ ਦੱਸਦਾ ਆਖੋ ਸਤਿਨਾਮ। ਤਾਂ ਸਾਧ ਸੰਗਤ ਜੀ ਮਹਿਸੂਸ ਕਰ ਲਿਆ ਵੀ ਸਾਡਾ ਸਤਿਗੁਰੂ ਇਸੇ ਜੰਗਲ ਦੇ ਵਿੱਚ। ਲੱਭਦੇ ਲੱਭਦੇ ਜਦੋਂ ਜਾ ਕੇ ਦੇਖਿਆ ਨਾ ਤਾਂ ਮਹਾਰਾਜ ਸਾਹਿਬ ਜੀ ਦੇ ਪੈਰ ਜਿਹੜੇ ਆ ਉਹ ਛਾਲੋ ਛਾਲੀ ਲਹੂ ਲੁਹਾਨ ਹੋਏ ਪਏ। ਆਖੋ ਸਤਿਨਾਮ। ਲਹੂ ਲੁਹਾਨ ਹੋਏ ਪਏ ਆ। ਸਾਧ ਸੰਗਤ ਜਾਮਾ ਜਿਹੜਾ ਨਾ ਰੇਸ਼ਮੀ ਉਹ ਲੀਰੋ ਲੀਰ ਹੋਇਆ ਪਿਆ। ਆਖੋ ਸਤਿਨਾਮ। ਕੰਡਿਆਂ ਦੇ ਵਿੱਚੋਂ ਝਾੜਾਂ ਦੇ ਵਿੱਚੋਂ ਲੰਘਦੇ ਹੋਏ ਆਏ ਆ। ਪੋਸ਼ਾਕਾਂ ਲੀਰੋ ਲੀਰ ਹੋਇਆ ਰੇਸ਼ਮੀ। ਔਰ ਜਿਹੜੇ ਚਰਨਾਂ ਤੇ ਗੁਰਸਿੱਖ ਪਿਆਰੇ ਸਾਰਾ ਦਿਨ ਨਤਮਸਤਕ ਹੁੰਦੇ, ਉਹ ਚਰਨ ਜਿਹੜੇ ਅੱਜ ਲਹੂ ਲੁਹਾਨ ਹੋਏ ਪਏ। ਆਖੋ ਵਾਹਿਗੁਰੂ। ਜਦੋਂ ਵੇਖਿਆ ਅੱਖਾਂ ਭਰ ਆਈਆਂ, ਮਨ ਭਰ ਗਿਆ। ਆਖੋ ਸਤਿਨਾਮ। ਤੇ ਰੱਬੀ ਇਹ ਵੇਖੋ ਵੀ ਜਦੋਂ ਭਾਈ ਦਇਆ ਸਿੰਘ ਧਰਮ ਸਿੰਘ ਜੀ ਮਿਲੇ ਆ ਨਾ ਉਸ ਸਮੇਂ ਅੰਮ੍ਰਿਤ ਵੇਲਾ ਹੋ ਚੁੱਕਿਆ ਸੀ। ਆਖੋ ਵਾਹਿਗੁਰੂ। ਸਤਿਗੁਰੂ ਜੀ ਬਚਨ ਕਰਦੇ ਨੇ, ਦਇਆ ਸਿੰਘ ਜੀ ਤੁਸੀਂ ਮਨ ਨਾ ਖਰਾਬ ਕਰੋ, ਤੁਸੀਂ ਅੰਮ੍ਰਿਤ ਵੇਲਾ ਹੋ ਗਿਆ, ਤੁਸੀਂ ਜਲ ਵੇਖੋ ਪਾਣੀ ਕਿੱਥੇ। ਆਖੋ ਵਾਹਿਗੁਰੂ। ਨੇੜੇ ਇੱਕ ਖੂਹ ਸੀ। ਕਹਿੰਦੇ ਹੁਣ ਜਦੋਂ ਮਹਾਰਾਜ ਤੁਰਨ ਲੱਗੇ ਨਾ ਤੇ ਸਤਿਗੁਰੂ ਜੀ ਤੋਂ ਤੁਰਿਆ ਨਹੀਂ ਜਾਂਦਾ। ਆਖੋ ਸਤਿਨਾਮ। ਪੈਰਾਂ ਤੋਂ ਤੁਰਿਆ ਨਾ ਗਿਆ। ਤਾਂ ਫਿਰ ਭਾਈ ਦਇਆ ਸਿੰਘ ਧਰਮ ਸਿੰਘ ਜੀ ਨੇ ਨਾ ਸਹਾਰਾ ਦਿੱਤਾ, ਤਾਂ ਸਹਾਰਾ ਦੇ ਕੇ ਲੈ ਕੇ ਗਏ। ਆਖੋ ਸਤਿਨਾਮ। ਸਾਧ ਸੰਗਤ ਜਦੋਂ ਖੂਹ ਤੇ ਚਲੇ ਗਏ, ਖੂਹ ਤੇ ਜਾ ਕੇ ਜਦੋਂ ਕਮਰ ਕੱਸਾ ਖੋਲਿਆ ਨਾ ਤੇ ਸਾਧ ਸੰਗਤ ਜੀ ਇਤਿਹਾਸ ਕਹਿੰਦਾ ਵੀ ਆਹ ਸਰੀਰ ਦੇ ਤੋਂ ਚਮੜੀ ਜਿਹੜੀ ਸੀ ਨਾ ਇਹ ਵੀ ਨਾਲ ਉਖੜ ਗਈ। ਆਖੋ ਵਾਹਿਗੁਰੂ। ਉਹਦੇ ਨਾਲ ਜਿਵੇਂ ਗਿੱਲਾ ਕੱਪੜਾ ਬਾਹਲਾ ਸਮਾਂ ਬੰਨੀ ਗਿਆ। ਆਖੋ ਸਤਿਨਾਮ। ਜਿਉਂ ਨੰਦਾਂ ਤੋਂ ਪੁਰੀ ਤੁਰੇ ਉਦੋਂ ਦਾ ਕਮਰ ਕੱਸਾ ਕੀਤਾ ਹੋਇਆ, ਆ ਸਰੀਰ ਦੀ ਚਮੜੀ ਵੀ ਨਾਲ ਆ ਗਈ। ਆਖੋ ਵਾਹਿਗੁਰੂ। ਤੇ ਸਾਧ ਸੰਗਤ ਜੀ ਉੱਥੋਂ ਫਿਰ 5 ਇਸ਼ਨਾਨਾਂ ਕਰਕੇ ਉਸ ਖੂਹ ਦੇ ਕੰਢੇ ਚੌਂਕੜੀਆਂ ਵੱਜ ਗਈਆਂ ਤੇ ਉੱਥੇ ਨਿਤਨੇਮ ਹੋਣ ਲੱਗ ਗਿਆ। ਆਖੋ ਸਤਿਨਾਮ। ਮੈਂ ਫੇਰ ਤੁਹਾਡੇ ਚਰਨਾਂ 'ਚ ਬੇਨਤੀ ਕਰਨਾ, ਸਿੱਖੋ ਸਰਸਾ ਦੇ ਕੰਢੇ ਤੇ ਨਿਤਨੇਮ ਹੋ ਰਿਹਾ, ਕੰਮੂ ਮਾਛੀ ਦੀ ਛੰਨ ਵਿੱਚ ਨਿਤਨੇਮ ਹੋ ਰਿਹਾ, ਕਾਇਨੌਰ ਪਿੰਡ ਛੱਪੜ ਦੇ ਕੰਢੇ ਨਿਤਨੇਮ ਹੋ ਰਿਹਾ, ਆ ਗੰਗੂ ਪਾਪੀ ਦੇ ਘਰ ਦੇ ਵਿੱਚ ਨਿਤਨੇਮ ਹੋ ਰਿਹਾ, ਚਮਕੌਰ ਦੀ ਕੱਚੀ ਗੜੀ 'ਚ ਨਿਤਨੇਮ ਹੋ ਰਿਹਾ, ਮਾਛੀਵਾੜੇ ਦੇ ਜੰਗਲ ਵਿੱਚ ਨਿਤਨੇਮ ਹੋ ਰਿਹਾ ਹੈ। ਤੇ ਅੱਜ ਆਪਾਂ ਇੰਨੇ ਸੁੱਖ ਭੋਗਦੇ ਹੋਏ ਨਿਤਨੇਮ ਛੱਡ ਬੈਠੇ। ਆਖੋ ਸਤਿਨਾਮ। ਨਿਤਨੇਮ ਕਰਨਾ ਨਹੀਂ, ਬਾਣੀ ਪੜ੍ਹਨੀ ਨਹੀਂ, ਸੇਵਾ ਕਰਨੀ ਨਹੀਂ, ਤੇ ਬਾਬਾ ਲਾਟਰੀ ਕਰੋੜਾਂ ਦੀ ਅੱਜ ਹੀ ਲਾ ਦੇ। ਆਖੋ ਵਾਹਿਗੁਰੂ। ਆ ਸਿੱਖਾਂ ਆਪਾਂ ਤਾਂ ਆਖੋ ਸਤਿਨਾਮ। ਇਹੋ ਜਿਹੀਆਂ ਫੋਕਟ ਚੀਜ਼ਾਂ ਗੁਰੂ ਕੋਲੋਂ ਨਾ ਮੰਗਿਆ ਕਰੋ। ਆਖੋ ਵਾਹਿਗੁਰੂ। ਸਿੱਖੀ ਮੰਗਿਆ ਕਰੋ। ਸਿੱਖੀ ਜੇ ਸਿੱਖੀ ਮਿਲ ਗਈ ਸਾਰਾ ਕੁਝ ਹੀ ਮਿਲ ਗਿਆ। ਆਖੋ ਸਤਿਨਾਮ। ਸਾਧ ਸੰਗਤ ਜੀ ਜਿਹਦੇ ਕੋਲ ਕਰੋੜਾਂ ਨੇ ਉਹਨੇ ਵੀ ਇੱਕ ਦਿਨ ਤੁਰ ਜਾਣਾ, ਤੇ ਜਿਹਦੇ ਕੋਲ ਕੱਖ ਨਹੀਂ ਉਹਨੇ ਵੀ ਤੁਰ ਜਾਣਾ। ਆਖੋ ਸਤਿਨਾਮ। ਸਭ ਕੁਝ ਇੱਥੇ ਰਹਿ ਜਾਣਾ, ਕਿਸੇ ਨੇ ਕੁਝ ਨਾਲ ਨਹੀਂ ਲੈ ਕੇ ਜਾਣਾ। ਆਖੋ ਸਤਿਨਾਮ। ਅੱਜ ਜਿੱਥੋਂ ਦੀ ਆਪਾਂ ਗੱਲ ਕਰ ਰਹੇ ਹਾਂ ਨਾ ਕਤਲਗੜ੍ਹ ਸਾਹਿਬ, ਉੱਥੇ ਕੋਈ ਗੁਰੂ ਕਾ ਸਿੱਖ ਹੁੰਦਾ ਸੀ, ਉਹ ਉੱਥੇ 3 ਵੀਲਰ ਚਲਾਉਂਦਾ ਸੀ, ਆਟੋ, ਤੇ ਉਹਨੇ 300 ਰੁਪਈਆਂ ਦਾ ਸਵੇਰੇ ਤੇਲ ਪਵਾਉਣਾ ਕਰਨਾ, ਤੇ ਉਹਨੇ ਫਿਰ ਉਹ ਬੱਸ ਸਟੈਂਡ ਤੋਂ ਚੱਕਰ ਲਾਉਣੇ ਕਰਨੇ, ਸਵਾਰੀਆਂ ਨੂੰ ਛੱਡਣਾ ਕਰਨਾ। ਜਦੋਂ 600 ਰੁਪਈਆ ਕਮਾ ਲੈਣਾ ਕਰਨਾ ਨਾ, ਤੇ ਕਤਲਗੜ੍ਹ ਸਾਹਿਬ ਦੇ ਬਾਹਰ ਆ ਕੇ ਉਹਨੇ ਆਪਣਾ ਆਟੋ ਖੜਾ ਦੇਣਾ। ਜਦੋਂ ਸੰਗਤ ਨੇ ਬਾਹਰ ਆਉਣਾ ਨਾ, ਉਹਨੇ ਕਹਿਣਾ ਵਾਹਿਗੁਰੂ ਮੈਨੂੰ ਸੇਵਾ ਬਖਸ਼ ਦਿਓ, ਕਿੱਥੇ ਜਾਣਾ ਮੈਂ ਤੁਹਾਨੂੰ ਛੱਡ ਕੇ ਆਉਣਾ। ਆਖੋ ਵਾਹਿਗੁਰੂ।
फिर उन्हें पैसा ना लेना, जो संगत ने कहना पैसा ले लो, उन्हें कहना 300 कल तेल पाउण लई, 300 अज घर चलाउण लई गुरु ने दे दिता, कल दा कल दे दो। आखो सतनाम। किड्डा वड्डा सिदक। मैं उस दिन भी बेनती की, आपां ते वो सिखां शायद रात आखिया सी भी पंछी है, उन्हें दाना चुगया ते उड़ के आनंद लैंदा भी कोई नहीं, दोपहरे फिर लभ जू आपे। आखो वाहिगुरू। ਆਪਾਂ ਉਹ ਪੰਛੀਆਂ ਜਿਹੜੇ ਕਹਿੰਦੇ ਆ ਗਾਂ ਪੋਤਿਆਂ ਨੂੰ ਵੀ ਡੱਕਾ ਨਾ ਤੋੜਨਾ ਪੈ ਜੇ, ਅੱਜ ਹੀ ਜੋੜ ਜੀਏ। ਆਖੋ ਸਤਿ। ਆਪਾਂ ਦੇ ਉਹ ਪੰਛੀ ਆਖੋ ਵਾਹਿਗੁਰੂ। 10ਵੇਂ ਪਾਤਸ਼ਾਹ ਦੇ ਸਮੇਂ ਜਿਹੜਾ ਆਟਾ ਵੀ ਹੁੰਦਾ ਸੀ ਉਹ ਵੀ ਸਤਲੁਜ ਦੇ ਵਿੱਚ ਹੁੰਦਾ ਸੀ, ਰਾਤ ਨੂੰ ਕੁਛ ਜੋੜ ਕੇ ਨਾ ਰੱਖਿਆ ਜਾਂਦਾ। ਤਾਂ ਸਾਧ ਸੰਗਤ ਜੀ ਹੁਣ ਉੱਥੇ ਨਿਤਨੇਮ ਹੋ ਰਿਹਾ ਹੈ। ਇੱਥੋਂ ਇਹ ਸਿਧਾਂਤ ਲੈ ਕੇ ਜਾਇਓ, ਜਿਹੜੇ ਤਾਂ ਕਰਦੇ ਨੇ ਬੜੇ ਵੱਡੇ ਕਰਮਾਂ ਵਾਲੇ ਹੈ, ਜਿਹੜੇ ਨਹੀਂ ਕਰਦੇ ਉਹ ਕੱਲ ਤੋਂ ਨਹੀਂ, ਅੱਜ ਰਾਤ ਨੂੰ ਹੀ ਸੋਹਿਲਾ ਸਾਹਿਬ ਕਰਕੇ ਸੋਇਓ, ਅੱਜ ਹੀ ਨਿਤਨੇਮ ਸ਼ੁਰੂ ਕਰੋ। ਆਖੋ ਸਤਿ। ਅੱਜ ਕੱਲ ਨੂੰ ਨਹੀਂ। ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਤਾਂ ਉਦੋਂ ਕਬੀਰ ਜੀ ਦਾ ਇੱਕ ਦੋਹਾ ਪੜਾਉਂਦੇ ਹੁੰਦੇ ਸੀ, ਕਬੀਰ ਕੱਲ ਕਰੇ ਸੋ ਆਜ ਕਰ, ਆਜ ਕਰੇ ਸੋ ਅਬ, ਪਲ ਮੇਂ ਪਰਲੇ ਹੋਏਗੀ ਬਹੁਰ ਕਰੇਗਾ ਕਬ। ਆਖੋ ਵਾਹਿਗੁਰੂ। ਕਹਿੰਦੇ ਜੋ ਅੱਜ ਕਰਨਾ ਹੁਣੇ ਕਰ ਲਓ, ਐ ਨਾ ਕਿ ਉਹ ਕੱਲ ਤੋਂ ਸ਼ੁਰੂ ਕਰ ਲਾਂਗੇ, ਕੱਲ ਕਦੇ ਹੀ ਨਹੀਂ ਆਉਣੀ। ਆਖੋ ਵਾਹਿਗੁਰੂ। ਅੱਜ ਸੌਣ ਲੱਗੇ ਹੀ ਸੋਹਿਲਾ ਸਾਹਿਬ ਨੂੰ 2.5 ਮਿੰਟ ਲੱਗਣਗੇ, ਕਰਕੇ ਪਿਓ ਤੇ ਕਲਗੀਆਂ ਵਾਲੇ ਨੂੰ ਕਿਉਂ ਮਹਾਰਾਜ ਚਿੱਤ ਕਰਦਾ ਰੋਜ਼ ਨਿਤਨੇਮ ਕਰਾਂ, ਤੂੰ ਬਾਹ ਫੜ ਸਵੇਰੇ ਨਿਤਨੇਮ ਕਰਾਈ। ਆਖੋ ਸਤਿ। ਅਰਦਾਸ ਤੇ ਫਿਰ ਜਦੋਂ ਜਾਗ ਆਏ ਨਾ, ਜਾਗ ਜ਼ਰੂਰ ਆਊਗੀ। ਕੋਈ ਅਲਾਰਮ ਨਾ ਲਾਇਓ, ਪ੍ਰੈਕਟੀਕਲ ਕਰਕੇ ਵੇਖੋ। ਆਖੋ ਵਾਹਿਗੁਰੂ। ਅਲਾਰਮ ਨਾ ਲਾਇਓ, ਪੈਣ ਲੱਗੇ ਬੇਨਤੀ ਕਰ ਲਿਓ, ਮਹਾਰਾਜ ਸਵੇਰੇ 3 ਵਜੇ ਉਠਾ ਦੀ। ਜੇ 3 ਵਜੇ ਜਾਗ ਨਾ ਆਈ ਤਾਂ ਕੱਲ ਨੂੰ ਆ ਕੇ ਕਹਿ ਦਿਓ। ਆਖੋ ਸਤਿਨਾਮ। ਉਹ ਗੱਲ ਵੱਖਰੀ ਹੈ ਵੀ 3 ਵਜੇ ਟਾਈਮ ਵੇਖ ਕੇ ਤੇ ਮਾੜਾ ਜਾ ਵੇਖ ਕੇ ਸਟੇਟਸ ਨਾ ਸੌਂ ਜਿਓ। ਆਖੋ ਸਤਿਨਾਮ। ਪੋਥੀ ਸਾਹਿਬ ਫੜ ਲਿਓ, ਉਦੋਂ ਬਾਣੀ ਪੜਨ ਲੱਗ ਜਿਓ, ਮਹਾਰਾਜ ਜ਼ਰੂਰ ਉਠਾਉਣਗੇ। ਆਖੋ ਸਤਿਨਾਮ। ਉੱਚੇ ਫਿਰ ਨਿਤਨੇਮ ਹੋਣ ਲੱਗ ਪਿਆ ਤੇ ਮਹਾਰਾਜ ਕਹਿਣ ਲੱਗੇ, ਕਹਿੰਦੇ ਇਸ ਧਰਤੀ ਨਾਲ ਸਾਡਾ ਬਚਨ ਸੀ, 18 ਘੰਟੇ ਇੱਥੇ ਰਵਾਂਗੇ। ਤੇ ਕਹਿਣ ਲੱਗੇ ਮੈਂ ਤਾਂ ਇੱਥੇ ਕਿਸੇ ਦੇ ਪਿਆਰ ਦਾ ਬੰਨਿਆ ਤੁਰਿਆ ਫਿਰਨਾ। ਆਖੋ ਸਤਿਨਾਮ। ਇੰਨੇ ਨੂੰ ਗੁਲਾਬਾ ਪੰਜਾਬਾ ਆਉਂਦੇ ਨੇ, ਸਮਾਪਤੀ ਕਰੀਏ। ਗੁਲਾਬਾ ਪੰਜਾਬਾ ਆਉਂਦੇ ਆ, ਇਹ ਵੀ ਗੁਰੂ ਘਰ ਦੇ ਮਸੰਦ ਸਨ। ਜਦੋਂ ਵੇਖਿਆ ਤੇ ਬੜਾ ਜ਼ਿਆਦਾ ਇਹਨਾਂ ਦਾ ਮਨ ਜਿਹੜਾ ਉਦਾਸ ਹੋਇਆ ਸਤਿਗੁਰੂ ਨੂੰ ਇਸ ਹਾਲਾਤ ਵਿੱਚ। ਕਹਿਣ ਲੱਗੇ ਪਾਤਸ਼ਾਹ ਘਰ ਚੱਲੋ। ਸ਼ਾਮਾਂ ਪਈਆਂ, ਮੂੰਹ ਨੇਰੇ ਜੇ, ਮਹਾਰਾਜ ਨੂੰ ਘਰ ਲੈ ਗਏ ਤੇ ਘਰ ਜਾ ਕੇ ਡਰਨ ਲੱਗ ਪਏ ਵੀ ਪਿੱਛੇ ਮੁਗਲ ਤੁਰੇ ਫਿਰਦੇ ਆ, ਜੇ ਪਤਾ ਲੱਗ ਗਿਆ ਮਹਾਰਾਜ ਇੱਥੇ ਰਹੇ ਆ ਤੇ ਬੱਚਾ ਬੱਚਾ ਕੋਲੂ ਪੀੜ ਦਿੱਤਾ ਜਾਊ। ਆਖੋ ਸਤਿਨਾਮ। ਕਹਿੰਦੇ ਕਿਵੇਂ ਕਰੀਏ? ਤਾਂ ਪੰਜਾਬਾ ਕਹਿੰਦਾ ਗੁਲਾਬਿਆ ਮਹਾਰਾਜ ਨੂੰ ਸਰੂਪਾ ਦੇ ਦਿੰਨੇ ਆ। ਸਰੂਪਾ ਵੇਖ ਕੇ ਸਿਆਣੇ ਬੰਦੇ ਸਮਝ ਜਾਂਦੇ ਹੁੰਦੇ ਆ ਵੀ ਇਹਨਾਂ ਦੀ ਇੱਛਾ, ਤੁਸੀਂ ਜਾਓ ਹੁਣ। ਆਖੋ ਸਤਿਨਾਮ। ਤੇ ਮਹਾਰਾਜ ਅੱਗੇ ਸਰੂਪਾ ਲੈ ਕੇ ਆ ਗਏ। ਮਹਾਰਾਜ ਕਹਿਣ ਲੱਗੇ ਗੁਲਾਬਿਆ ਪੰਜਾਬਿਆ, ਅੰਮ੍ਰਿਤ ਛਕਣ ਨਾਲ ਸਭ ਕੁਝ ਨਹੀਂ ਹੋ ਜਾਂਦਾ। ਆਖੋ ਵਾਹਿਗੁਰੂ। ਜੇ ਅੰਮ੍ਰਿਤ ਛਕ ਕੇ ਨਾਮ ਦੀ ਕਮਾਈ ਨਾ ਕੀਤੀ ਤਾਂ ਉਦਣ ਬੇਨਤੀ ਕੀਤੀ ਸੀ ਆਨੰਦਪੁਰ ਤੋਂ ਹਜੂਰ ਤੱਕ ਪਹੁੰਚਣਾ। ਆਖੋ ਵਾਹਿਗੁਰੂ। ਆਨੰਦਾਂ ਦੀ ਪੂਰੀ ਦਾਖਲਾ ਮਿਲ ਗਿਆ, ਖੰਡੇ ਬਾਟੇ ਦਾ ਅੰਮ੍ਰਿਤ ਮਿਲ ਗਿਆ। ਹਜੂਰ ਤੱਕ ਉਦੋਂ ਪਹੁੰਚਾਂਗੇ ਜਦੋਂ ਨਿਤਨੇਮ ਕਰਾਂਗੇ, ਸੇਵਾ ਸਿਮਰਨ ਕਰਾਂਗੇ, ਸਤ ਸੰਤੋਖ ਦਇਆ ਧਰਮ ਬੈਰਾਗ ਦੇਵੀ ਗੁਣ ਹਿਰਦੇ ਵਿੱਚ ਧਾਰਾਂਗੇ। ਆਖੋ ਸਤਿਨਾਮ। ਫਿਰ ਹਜੂਰ ਤੱਕ ਪਹੁੰਚ ਹੋਣਾ। ਆਖੋ ਸਤਿਨਾਮ। ਨਹੀਂ ਤੇ ਨਹੀਂ, ਨਹੀਂ ਤਾਂ ਨਹੀਂ। ਆਖੋ ਸਤਿਨਾਮ। ਤੇ ਸਾਧ ਸੰਗਤ ਜੀ ਹੁਣ ਗੁਲਾਬੇ ਪੰਜਾਬੇ ਨੂੰ ਮਹਾਰਾਜ ਕਹਿਣ ਲੱਗੇ ਵੀ ਤੂੰ ਨਾਮ ਦੀ ਕਮਾਈ ਨਹੀਂ ਕੀਤੀ, ਇਸ ਲਈ ਤੇਰਾ ਅੰਦਰ ਡਰ ਰਿਹਾ। ਤੇ ਮਹਾਰਾਜ ਉਹ ਸਰੂਪਾ ਵੀ ਛੱਡ ਕੇ ਉੱਥੇ ਜਦੋਂ ਬਾਹਰ ਨਿਕਲਦੇ ਆ ਨਾ ਤੇ ਗਨੀ ਖਾਨ ਨਬੀ ਖਾਨ ਜਿਹੜੇ ਘੋੜਿਆਂ ਦੇ ਸੌਦਾਗਰ ਸੀ, ਉਹ ਅੱਗੇ ਖੜੇ ਨੇ ਹੱਥ ਜੋੜ ਕੇ, ਸੱਚੇ ਪਾਤਸ਼ਾਹ ਸਾਡੇ ਘਰੇ ਕਿਰਪਾ ਕਰ। ਮਹਾਰਾਜ ਕਹਿੰਦੇ ਸਮਾਂ ਬੜਾ ਪੁੱਤਰੋ ਉਤੋਂ ਦਾ ਚੱਲ ਰਿਹਾ। ਪਤਾ ਲੱਗ ਗਿਆ ਤੇ ਬੱਚਾ ਬੱਚਾ ਪਰਿਵਾਰ ਸਾਰਾ ਕੋਲੂ ਪੀੜ ਦਿੱਤਾ ਜਾਊ। ਕਹਿਣ ਲੱਗੇ ਸੱਚੇ ਪਾਤਸ਼ਾਹ ਇਹਦੇ ਉੱਤੇ ਹੋਰ ਕੀ ਚਾਹੀਦਾ। ਆਖੋ ਵਾਹਿਗੁਰੂ। ਸਾਡਾ ਬੱਚਾ ਬੱਚਾ ਵੀ ਕੋਲੂ ਵਿੱਚ ਪੀੜਿਆ ਜਾਏ, ਪਰ ਮਹਾਰਾਜ ਚਰਨ ਪਾਓ, ਕਿਰਪਾ ਕਰੋ। ਆਖੋ ਸਤਿਨਾਮ। ਮਹਾਰਾਜ ਗਨੀ ਖਾਨ ਨਬੀ ਖਾਨ ਦੇ ਘਰ ਜਾਂਦੇ ਨੇ। ਅੱਜ ਦੀ ਜਿਹੜੀ ਰਾਤ ਆ ਮਹਾਰਾਜ ਨੇ ਮਾਛੀਵਾੜਾ ਸਾਹਿਬ ਦੇ ਜੰਗਲ ਵਿੱਚ ਬਤੀਤ ਕੀਤੀ ਹੈ। ਕੱਲ ਦੀ ਰਾਤ ਗਨੀ ਖਾਨ ਨਬੀ ਖਾਨ ਦੇ ਘਰ ਵਿੱਚ ਰਹਿਣਗੇ। ਤਾਂ ਮਹਾਰਾਜ ਉੱਥੇ ਹੁਣ ਸਾਰਾ ਇਤਿਹਾਸ ਪੂਰਾ ਕਰ ਲਈਏ ਸੰਖੇਪ ਵਿੱਚ। ਕਹਿਣ ਲੱਗੇ ਇੱਥੇ ਮਾਈ ਗੁਰਦੇਈ ਹੈ ਨਿਹਾਲੀ ਦੀ ਮਾਤਾ,
ਉਹ ਸਾਨੂੰ ਚੇਤੇ ਕਰਦੀ ਆ। ਤੇ ਨਿਹਾਲੇ ਦੀ ਮਾਂ ਅੱਗੇ ਬਾਣਾ ਰੱਖਿਆ ਸੀ ਨੀਲੇ ਰੰਗ ਦਾ, ਆਖੋ ਸਤਿ ਵਾਹਿਗੁਰੂ, ਰੇਸ਼ਮੀ ਬਾਣਾ ਅੱਗੇ ਰੱਖਿਆ ਹੋਇਆ। ਤੇ ਸਾਧ ਸੰਗਤ ਚੇਤੇ ਕਰਦੀ ਹੈ, ਪਾਤਸ਼ਾਹ ਹਰ ਸਾਲ ਮੈਂ ਤੁਰ ਕੇ ਆਉਂਦੀ ਸੀ, ਹੁਣ ਮੈਂ ਤੁਰਨ ਜੋਗੀ ਨਹੀਂ, ਹੁਣ ਤੁਸੀਂ ਆ ਜਾਓ, ਆਖੋ ਵਾਹਿਗੁਰੂ। ਤੇ ਵੇਖੋ ਉਧਰੋਂ ਸਾਹਿਬਜ਼ਾਦੇ ਸ਼ਹੀਦ ਹੋ ਰਹੇ ਆ। ਉਦੋਂ ਅਗਲੇ ਦਿਨ ਪੋਹ ਸੁਦੀ 7ਵੀਂ ਹੈ, ਮਹਾਰਾਜ ਦਾ ਪ੍ਰਕਾਸ਼ ਪੁਰਬ ਸੀ। ਤੇ ਮਾਈ ਜਿਹੜੀ ਹੈ ਨਾ, ਮਹਾਰਾਜ ਦੇ ਪ੍ਰਕਾਸ਼ ਪੁਰਬ ਤੇ ਆਨੰਦਪੁਰ ਸਾਹਿਬ ਜਾ ਕੇ ਚੋਲਾ ਭੇਟ ਕਰਦੀ ਹੁੰਦੀ ਸੀ, ਆਖੋ ਵਾਹਿਗੁਰੂ। ਕਮਾਲ ਹੈ ਦਾਤਾ, ਪੁੱਤ ਸ਼ਹੀਦ ਕਰਵਾ ਕੇ ਵੀ ਉੱਥੇ ਪਹੁੰਚ ਗਿਆ ਜਿੱਥੇ ਬੁੱਢੀ ਮਾਈ ਚੇਤੇ ਕਰਦੀ ਸੀ, ਮਹਾਰਾਜ ਦਰਸ਼ਨ ਬਖਸ਼ ਦਿਓ, ਆਖੋ ਸਤਿਨਾਮ। ਜਦੋਂ ਆਹਟ ਦੇ ਨਾਲ ਕੋਈ ਖੜਕਾ ਹੋਣਾ, ਮਾਈ ਨੇ ਕਹਿਣਾ ਨਿਹਾਲਿਆ ਵੇਖ ਮਹਾਰਾਜ ਆ ਗਿਆ। ਤੇ ਨਿਹਾਲੇ ਨੇ ਕਹਿਣਾ ਮਾਂ ਬਾਹਰ ਨਿਕਲਦਾ ਤੇ ਗੱਲਾਂ ਐਵੇਂ ਦੀਆਂ ਸੁਣਨ ਨੂੰ ਮਿਲਦੀਆਂ ਨੇ, ਕੰਨ ਪਾਟਦੇ, ਆਖੋ ਵਾਹਿਗੁਰੂ। ਸੁਣ ਕੇ ਆਇਆ ਨੰਦਾਂ ਦੀ ਪੁਰੀ ਉਜੜ ਗਈ, ਸੁਣ ਕੇ ਆਇਆ ਬਾਬਾ ਅਜੀਤ ਸਿੰਘ ਜੁਝਾਰ ਸਿੰਘ ਸ਼ਹੀਦ ਹੋ ਚੁੱਕੇ ਨੇ। ਮਾਂ ਕਮਲੀਏ ਮਹਾਰਾਜ ਇਸ ਸਮੇਂ ਕਿਵੇਂ ਆਉਣਗੇ, ਆਖੋ ਸਤਿਨਾਮ। ਪਰ ਜਿਨ੍ਹਾਂ ਨੇ ਹੁਣ ਮੇਰੀਆਂ ਮਨ ਉਵੇਂ ਹੈ ਵੀ ਉਹ ਧਾਰਨਾ ਪੜਨ ਨੂੰ ਚਿੱਤ ਨਹੀਂ ਕਰਦਾ ਪਿਆ, ਵੀ ਜਿਨ੍ਹਾਂ ਨੇ ਅੰਦਰੋਂ ਪ੍ਰੀਤਾਂ ਪਾ ਲੀਆਂ ਉਹਨਾਂ ਨੇ ਸਾਰਾ ਕੁਝ ਹੀ ਪਾ ਲਿਆ, ਆਖੋ ਸਤਿਨਾਮ। ਜਿਨ੍ਹਾਂ ਦੇ ਅੰਦਰ ਪ੍ਰੀਤ ਹੈ ਉਹਨਾਂ ਨੇ ਸਭ ਕੁਝ ਪਾ ਲਿਆ। ਸਾਧ ਸੰਗਤ ਜੀ, ਪੈਰਾਂ ਦਾ ਖੜਾਕ ਹੁੰਦਾ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ ਦੀ ਆਵਾਜ਼ ਆਉਂਦੀ ਹੈ। ਮਾਈ ਕਹਿੰਦੀ ਹੈ ਨਿਹਾਲਿਆ ਵੇਖ ਮਹਾਰਾਜ ਆ ਗਏ। ਮਾਂ ਕਿਵੇਂ ਆਉਣਗੇ, ਇੰਨੇ ਨੂੰ ਇੱਕਦਮ ਪਰਦਾ ਪਰਾਂ ਕਰਕੇ ਵੇਖਦਾ ਤੇ ਸਤਿਗੁਰੂ ਸਾਹਮਣੇ ਖੜੇ ਨੇ, ਆਖੋ ਸਤਨਾਮ, ਸਾਹਮਣੇ ਖੜੇ ਆ। ਸਾਧ ਸੰਗਤ ਜੀ, ਫਿਰ ਕੀ ਹੁੰਦਾ ਹੈ, ਮਾਈ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਦੀ ਹੈ। ਮਹਾਰਾਜ ਜੀ ਗਲਵਕੜੀ ਵਿੱਚ ਲੈਂਦੇ ਨੇ ਬਜ਼ੁਰਗ ਮਾਂ ਨੂੰ। ਤੇ ਸਾਧ ਸੰਗਤ ਕਹਿਣ ਲੱਗੀ ਪਾਤਸ਼ਾਹ ਆ ਮੇਰੀ ਭੇਟਾ ਪ੍ਰਵਾਨ ਕਰ ਲੋ ਤੇ ਮੈਨੂੰ ਚਰਨਾਂ ਦੇ ਵਿੱਚ ਹੀ ਸਮਾ ਲਓ, ਆਖੋ ਸਤਿਨਾਮ। ਕਹਿੰਦੇ ਉਸ ਮਾਈ ਗੁਰਦੇਈ ਨੇ ਹੁਣ ਜਦੋਂ ਮਹਾਰਾਜ ਦੇ ਚਰਨਾਂ ਤੇ ਸੀਸ ਰੱਖਿਆ ਨਾ, ਬਚਨ ਬਲਾਸ ਕਰਕੇ ਮੁੜ ਚੁੱਕਿਆ ਨਹੀਂ, ਲੀਨ ਹੀ ਹੋ ਗਈ, ਆਖੋ ਵਾਹਿਗੁਰੂ। ਤੇ ਸੰਗਤ ਜੀ, ਸਤਿਗੁਰੂ ਜੀ ਫਿਰ ਉਸ ਬਾਣੇ ਨੂੰ ਨੀਲਾ ਰੰਗ ਰੰਗਾ ਕੇ ਉਥੋਂ ਉੱਚ ਦਾ ਪੀਰ ਬਣ ਕੇ ਅਗਲੇ ਪੈਂਡੇ ਤੇ ਗਏ। ਬਾਕੀ ਵਿਚਾਰਾਂ ਫਿਰ ਕਦੇ ਸੀ। ਕੱਲ ਦੇ ਦੀਵਾਨ ਵਿੱਚ ਆਪਾਂ ਸਾਕਾ ਫਤਿਹਗੜ੍ਹ ਸਾਹਿਬ ਉਹ ਸਾਂਝਾ ਕਰਾਂਗੇ। ਉਦੋਂ ਬਾਅਦ ਫਿਰ 3 ਦਿਨ ਜਿਹੜੇ ਕੀਰਤਨ ਨੇ, ਵੈਸੇ ਤਾਂ ਮੈਂ 23 ਤਰੀਕ ਨੂੰ ਹੀ ਚਲੇ ਜਾਣਾ ਸੀ ਦੇਹਰਾਦੂਨ, 23, 24, 25 ਉੱਥੇ ਰਹਿਣਾ ਸੀ ਹਰਿਦੁਆਰ, ਔਰ 26, 27 ਦੇਹਰਾਦੂਨ ਰਹਿ ਕੇ ਫਿਰ ਆਉਣਾ ਸੀ। ਪਰ ਆ ਇੱਥੇ ਦਾ ਆਨੰਦ ਇੰਨਾ ਸੀ, ਇੰਨਾ ਬਣਿਆ ਹੋਇਆ ਰੋਜ਼ ਦਾ, ਗੁਰੂ ਦੀ ਹਜ਼ੂਰੀ ਵਿੱਚ ਬੈਠਾ ਵੀ ਜਿਹੜੇ 3 ਦਿਨ ਜਾਣਾ ਨਾ ਉਹ ਵੀ ਜਾਣ ਨੂੰ ਜੀ ਨਹੀਂ ਕਰਦਾ, ਆਖੋ ਸਤਿਨਾਮ। ਵੀ ਆ ਇੱਥੇ ਲੜੀਵਾਰ ਮਹਾਰਾਜ ਦਾ ਆਪਾਂ ਇਤਿਹਾਸ ਸੁਣ ਰਹੇ ਹਾਂ। ਤਾਂ ਸਾਧ ਸੰਗਤ ਫਿਰ ਵੀ 25, 26, 27 ਜਿਹੜੇ 3 ਦਿਨ ਨੇ ਉਹ ਉਧਰ ਦੇ ਆ। ਤਾਂ 28 ਤਰੀਕ ਨੂੰ ਫਿਰ ਇਸੇ ਤਰ੍ਹਾਂ ਹੀ ਇੱਥੇ ਫਿਰ ਆ ਕੇ ਸੰਸਕਾਰ ਕਿਵੇਂ ਕਿਵੇਂ ਹੋਏ ਆਪਾਂ ਉਹ ਪ੍ਰਸੰਗ ਜਿਹੜੇ ਨੇ ਉਹ ਸਰਵਣ ਕਰਾਂਗੇ। ਕੱਲ ਦੇ ਦਿਨ ਫਤਿਹਗੜ੍ਹ ਸਾਹਿਬ ਦਾ ਸਾਕਾ ਉਹ ਸਾਂਝਾ ਕਰਾਂਗੇ। ਬੇਨਤੀ ਹੈ ਨਿਤਨੇਮ ਕਰਿਆ ਕਰੋ, ਸੇਵਾ ਸਿਮਰਨ ਕਰਿਆ ਕਰੋ, ਪਿਆਰਿਓ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਤੇ ਗੁਰੂ ਵਾਲੇ ਬਣੋ। ਇਦੋਂ ਵੱਧ ਹੁਣ ਆਪਾਂ ਕੀ ਵੇਖਾਂਗੇ। ਹੁਣ ਤਾਂ ਆਪਣੇ ਪਾਤਸ਼ਾਹ ਦੇ ਆਸਣਾ ਤੇ ਜਾ ਕੇ ਪੈਰ ਰੱਖ ਦਿੱਤੇ ਕਿਸੇ ਨੇ ਗੰਦੇ, ਆਖੋ ਵਾਹਿਗੁਰੂ। ਅਜੇ ਵੀ ਆਪਾਂ ਸੋਚ ਰਹੇ ਹਾਂ ਵੀ ਨਹੀਂ ਅਸੀਂ ਅੰਮ੍ਰਿਤ ਨਹੀਂ ਛਕਣਾ, ਹੱਕ ਸਤਿਨਾਮ। ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਨਾ ਤਿਆਰ ਬਰ ਤਿਆਰ ਹੋਵੋ, ਆਖੋ ਵਾਹਿਗੁਰੂ। ਆਓ ਮੈਂ ਬੜਾ ਸਮਾਂ ਪਹਿਲਾਂ ਇੱਕ ਧਾਰਨਾ ਪੜ੍ਹੀ ਸੀ, ਅੱਜ ਫਿਰ ਪੜ੍ਹ ਦਿੰਦਾ। ਦੋ ਧਾਰਨਾ ਪੜਾਂਗੇ। ਪਹਿਲਾਂ ਉਹ ਸਾਰੇ ਚਮਕੌਰ ਦੀ ਗੜੀ ਦੇ ਸ਼ਹੀਦਾਂ ਦੀ ਚਰਨਾਂ ਵਿੱਚ ਹਾਜ਼ਰੀ ਦਵਾਈ ਹੈ। ਸਿੰਘ ਸਿਰ ਕਟਵਾਣੋ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਨੇ। ਸਿੰਘ ਸਿਰ ਕਟਵਾਣੋ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਨੇ। ਸਿਰ ਕਟਵਾਣੋ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਸਿੰਘ ਸਿਰ ਕਟਵਾਣੋ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਸਿਰ ਕਟਵਾਣੋ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਸਿੰਘ ਸਿਰ ਕਟਵਾਣੋ ਨਹੀਂ ਮੁੜਦੇ, ਮੁੜ ਜਾਂਦੇ ਮੂੰਹ ਤਲਵਾਰਾਂ ਦੇ। ਸਸਤਾ ਖੂਨ ਲਟਾਉਂਦੇ ਨੇ, ਪੁੱਛਦੇ ਨਾ ਬਾਜ਼ਾਰਾਂ ਨੇ। ਸਸਤਾ ਖੂਨ ਲਟਾਉਂਦੇ ਨੇ,
ਦੇਣਾ ਪਾਪਦਾਰਾਂ ਦੇ ਸਸਤਾ ਤੂੰ ਲਟਾਉਂਦੇ ਪੁੱਛਦੇ ਨਾ ਪਾਪਦਾਰਾਂ ਦੇ ਇਹ ਸਸਤਾ ਤੂੰ ਲਟਾਉਂਦੇ ਨੇ ਪੁੱਛਦੇ ਨਾ ਪਾਪਦਾਰਾਂ ਦੇ ਲਟਾਉਂਦੇ ਨੇ ਪੁੱਛਦੇ ਨਾ ਬਾਜ਼ਾਰਾਂ ਦੇ ਇਹ ਸਸਤਾ ਖੂਨ ਲਟਾਉਂਦੇ ਨੇ ਪੁੱਛਦੇ ਨਾ ਬਾਜ਼ਾਰਾਂ ਦੇ ਮਾਤ ਤੁਸੀਂ ਦੇ ਕੱਢਦੀ ਨਿਤ ਮਾਤ ਤੁਸੀਂ ਦੇ ਕੱਢਦੀ ਨਿਤ ਮਾਤ ਤੁਸੀਂ ਦੇ ਕੱਢਦੀ ਨਿਤ ਮਾਤ ਤੁਸੀਂ ਦੇ ਕੱਢਦੀ ਮਤ ਤੁਸੀਂ ਦੇ ਪੜਦੀ ਮਤ ਤੁਸੀਂ ਦੇ ਪੜਦੀ ਇੱਕ ਮੌਤ ਕਿਸੇ ਦੇ ਪੜਦੀ ਏ ਮੌਤ ਕਿਸੇ ਦੇ ਪੜਦੀ ਏ ਮੌਤ ਕਿਸੇ ਦੇ ਪੜਦੀ ਏ ਇੱਕ ਮੌਤ ਕਿਸੇ ਦੇ ਕੱਢਦੀ ਏ ਨਾ ਸਿਰ ਲੱਥਿਆ ਸਰਦਾਰਾਂ ਸਿੰਘ ਸਿਰ ਕਟਵਾਉ ਨਹੀਂ ਮੁੜਦੇ ਉੜ ਜਾਂਦੇ ਤਲਵਾਰਾਂ ਦੇ ਸਿਰ ਕਟਵਾਉ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਸਿੰਘ ਸਿਰ ਕਟਵਾਉਣੋਂ ਨਹੀਂ ਮੁੜਦੇ ਮੁੜ ਜਾਂਦੇ ਮੂੰਹ ਤਲਵਾਰਾਂ ਦੇ ਆਓ ਹੁਣ ਨਹੀਂ ਹੋਈ ਹਾਜ਼ਰੀ ਪ੍ਰਵਾਨ ਕਰਿਓ ਟਾਈਮ ਹੋ ਗਿਆ ਕਿਉਂਕਿ ਭੁੱਚੋ ਸਾਹਿਬ ਜਾ ਕੇ ਉੱਥੇ ਕੀਰਤਨ ਦੀ ਹਾਜ਼ਰੀ ਭਰਨੀ ਹੈ। ਅੱਜ ਮਹਾਂਪੁਰਖਾਂ ਨੇ ਹੁਕਮ ਲਾਇਆ ਕਿਉਂਕਿ ਸੰਤ ਬਾਬਾ ਹਰਨਾਮ ਸਿੰਘ ਜੀ ਜਿਨ੍ਹਾਂ ਨੇ ਆਪਣੀ ਮਟੀਲੀ ਸਾਹਿਬ ਵਿਖੇ ਵੀ ਭਾਗ ਲਾਏ ਮਹਾਂਪੁਰਖਾਂ ਦੀ 27 ਤਰੀਕ ਨੂੰ ਬਰਸੀ ਹੈ ਤੇ ਹਰ ਸਾਲ ਹੀ ਮਹਾਰਾਜ ਕਿਰਪਾ ਕਰਕੇ ਉੱਥੇ ਕੀਰਤਨ ਦੀ ਸੇਵਾ ਲੈਂਦੇ ਨੇ। ਤੋ ਹੁਕਮ ਹੋਇਆ ਸੀ ਵੀ 10 ਵਜੇ ਤੱਕ ਪਹੁੰਚਣਾ ਹੈ ਤੋ ਉਹਨਾਂ ਕੀ ਹੁਣ ਟਾਈਮ ਰਹਿ ਗਿਆ ਆਖੋ ਵਾਹਿਗੁਰੂ। ਸੋ ਇੰਨੀ ਹਾਜ਼ਰੀ ਪ੍ਰਵਾਨ ਕਰਿਓ ਅਸੀਸ ਬਖਸ਼ਿਓ ਆਪ ਜੀ ਦੀ ਸੇਵਾ ਕਰਨਿਆਂ ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ। ਅਰਦਾਸ ਕਰੋ ਸੱਚੇ ਪਾਤਸ਼ਾਹ ਆਪ और आप सब संतान ने लंगर प्रसाद छक के फिर जान की कृपालता करनी। राम कली महला तीजा नानक ओंकार सतगुर प्रसाद आनंद पया मेरी माँ सतगुरु में पाया सतगुर का पाया सहज सिद्धि मन वडिया बधाइया शब्द गावन आइया सब दूता गाओ हरि केरा मन कह नानक आनंद हुआ सतगुरु में पाया मन मेरे आत्म सदा रहो हर नाम रखो मन मेरे दुख सब विसारना अंगीकार करे तेरा कार्य सब सवारना सब नागला समरथ स्वामी सो क्या मनो विसारे कह नानक मन मेरे सदा रहो हरनाम साचे साहेबा क्या नहीं करते करता तेरे सब किस है इसलिए सो पावे सदा सिफत सलाह तेरे नाम वंसा नाम जिनके मन वसया बाजे शब्द कनेरे कह नानक सच्चे साहिब क्या नहीं करते सतनाम मिलाया दारू सतनाम दार मिला जिन दुखा सब गवाया कर शांत सुख मन आए बसया जने इच्छा सब पुजाया सदा कुर्बान पिता गुरु तुम दुष्टियाँ बनिया कह नानक सुनो संतो शब्द को प्यारो सतनाम मिलाया वाज पंच शब्द का सपागे शब्द वाजे कला जित कर तारिया
पंच गुप्त वासी के काल संत कुमार दुर्गम पाया दुर्जन को श्री राम हर के लागे नानक तैस हुआ तय अनहद वागे अन्न समूह पाति हो सगल मनोरथ को तार ब्रह्म प्रभ पाया उतरे सगल विसूरे संताप तरे सुनी सच्ची वाणी संत साधन भये सरसे पूरे गुरते जानी नित्य ते पवित्र सतगुर रहा भरपूरे अंत नानक गुर चरण लागे बगे अनहद पूरे सलोक पवन गुरु पानी पिता माता करत महाते सनात कोई गाई गाया सिने सगल जगत कन्हैया बुराई वाचा कर्म दूर आपो अपनी नेड़े के दूर दुनिया जय सतकाल नानक ते मुख उजले किति सुखी नाल दुनिया जय सतकाल नानक ते मुख उजले किति सुखी नाल वाहिगुरू का खालसा वाहिगुरू की फतेह वाहिगुरू जी का खालसा वाहिगुरू जी की फतेह।